ਨੀ ਲਾਪ੍ਰੀਤ ਕਿੰਨਾ ਟਾਈਮ ਹੋ ਗਿਆ ਹੈ ਤੱਕ ਚਾਹ ਨਹੀਂ ਬਣੀ। ਛੇਤੀ ਲੈ ਕੇ ਆ ਚਾਹ। ਆਈ ਮੰਮੀ। ਇੰਨਾ ਟਾਈਮ ਲਾਤਾ ਆ ਲਓ ਮੰਮੀ ਚਾਹ। ਨਾ ਕੀ ਗੱਲ ਇੰਨਾ ਟਾਈਮ ਲਾਤਾ ਚਾਹ ਨੂੰ? ਮੰਮੀ ਗੈਸ ਤੇ ਮਸਾ ਚੱਲਦਾ, ਮੈਨੂੰ ਲੱਗਦਾ ਖਤਮ ਹੋਣ ਵਾਲਾ ਹੋਇਆ ਪਿਆ। ਲੈ ਚੱਲ ਕੋਈ ਨਾ ਬਣਾ ਲਾਂਗੇ। ਤੇ ਛੋਟੀ ਕਿੱਥੇ ਹੈ? ਛੋਟੀ ਨੂੰ ਸੁੱਤੀ ਪਈ ਹੋਣੀ ਆ, ਚੁੰਨੀ ਉਰੇਗਾ ਤਾਂ ਡੰਗ ਦੀ ਬੁਰੀ ਲੱਗਦੀ ਹੈ। ਨੀ ਬੁਰੀ ਕਾਹਨੂੰ ਲੱਗਦੀ ਹੈ? ਧੁੱਪ 'ਚ ਰੰਗ ਉੱਡ ਜੂਗਾ ਇਹਦਾ। ਫਰੋਜੀ ਰੰਗ ਹੈ, ਧੁੱਪ 'ਚ ਰਹਿੰਦਾ ਨਹੀਂ ਹੁੰਦਾ। ਮੈਂ ਤਾਂ ਟੰਗ ਦੀ ਮਾੜੀ ਬੜੀ ਸਲਾਬੀ ਹੈ, ਛੇਤੀ ਸੁੱਕ ਜੂਗੀ। ਨਾ ਤੂੰ ਆਏ ਦੇਖ ਕਿੰਨਾ ਟਾਈਮ ਹੋ ਰਿਹਾ, ਉਹ ਹਾਲ ਤੱਕ ਉੱਠੀ ਨਹੀਂ ਹੈਗੀ। ਨਾ ਕੰਮ ਕੌਣ ਕਰੂਗਾ? ਮੰਮੀ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਹਲੇ ਵਿਚਾਰੀ ਦੇ ਵਿਆਹ ਨੂੰ ਹਫਤਾ ਤਾਂ ਹੋਇਆ, ਕਰ ਲੈਣ ਦੋ ਐਸ਼ਾ, ਉੱਠ ਜੂਗੀ। ਹਫਤਾ ਤਾਂ ਹੋਇਆ, ਮੈਨੂੰ ਵੀ ਪਤਾ। ਤੂੰ ਤੀਜੇ ਦਿਨ ਆ ਕੇ ਰਸੋਈ ਦਾ ਸਾਰਾ ਕੰਮ ਸਮਾਰ ਲਿਆ ਤੀ, ਨਾਲੇ ਘਰ ਬਾਰ ਦਾ ਸਾਰਾ ਕਰ ਦਿੱਤੀ। ਉਹਨੂੰ ਇਹੀ ਆਦਤ ਬਣ ਜੂਗੀ, ਉਹਨੇ ਡੱਕਾ ਨਹੀਂ ਤੋੜਨਾ ਅੱਗੇ। ਮੇਰੀ ਸੁਣ ਗੱਲ, ਆ ਚੱਕ ਚਾਹ ਮੈਂ ਫੇਰ ਪੀਨੀ ਆ। ਪਹਿਲਾਂ ਮੈਂ ਉਸੇ ਨੂੰ ਜਗਾਉਣੀ ਆ ਜਾ ਕੇ। ਮੰਮੀ ਕੋਈ ਨਾ, ਉੱਠ ਜੂਗੀ, ਸੌ ਜਾਣ ਦੋ। ਨਹੀਂ ਆਏ ਨਹੀਂ ਉੱਠਦੀ ਉਹ, ਮੈਨੂੰ ਪਤਾ ਹੈ। ਕੰਮ ਵਾਲੀ ਹੈ ਨਹੀਂ, ਲੱਗਦੀ ਨਹੀਂ ਉਹਨੂੰ ਉਹ ਕੰਮ ਕਰਨ ਵਾਲੀ। ਮੈਂ ਨਹੀਂ ਉਠਾ ਕੇ ਉਹਨੂੰ। ਕਿੰਨਾ ਟਾਈਮ ਹੋ ਗਿਆ। ਹਾਂਜੀ ਸਾਰੇ ਵਧੀਆ ਖਿਆਲ ਰੱਖਦੇ ਆ ਮੇਰਾ। ਹਾਂਜੀ ਹਾਂ, ਚਲੋ ਮੈਂ ਫੇਰ ਕਰਦੀ ਆ। ਨਾ ਮੈਨੂੰ ਤਾਂ ਆਈ ਸੀ ਵੀ ਤੂੰ ਕਿਤੇ ਸੁੱਤੀ ਪਈ ਐ। ਨਹੀਂ ਮੰਮੀ ਜੀ, ਦੀਦੀ ਚਾਹ ਫੜਾ ਗਏ ਸੀਗੇ ਮੈਨੂੰ। ਅੱਛਾ ਦੀਦੀ ਚਾਹ ਬਣਾ ਗਈ ਤੀ? ਹਾਂਜੀ। ਲੈ ਦੇਖ ਲੈ, ਆ ਵੱਡੀ ਵੀ ਹੁਣ ਨਾ ਮੈਥੋਂ ਲੁੱਕਾਂ ਰੱਖਣ ਲੱਗ ਗਈ। ਮੇਰੀ ਗੱਲ ਸੁਣ, ਆ ਕਾਂਟੇ ਜਿਹੇ ਹਾਰ ਜਾ ਲਾ ਕੇ ਦੇ ਮੈਨੂੰ। ਕਿਉਂ ਮੰਮੀ, ਕੱਲ ਤੁਸੀਂ ਮੇਰੇ ਤੋਂ ਕੰਗਲ ਨਹਾ ਲਏ ਸੀਗੇ, ਅੱਜ ਤੁਸੀਂ ਕਾਂਟੇ ਕਹੀ ਜਾਂਦੇ ਹੋ। ਮੇਰੀ ਗੱਲ ਸੁਣ, ਅਸੀਂ ਨੇ ਪਾਈਆਂ ਤੇ ਟੂਮਾਂ, ਕਾਂਟੇ ਵੀ, ਹਾਰ ਵੀ ਤੇ ਕੰਗਣ ਵੀ ਅਸੀਂ ਲਾਉਣ ਵਾਲੇ। ਜਿਹੜੀਆਂ ਤੇਰੇ ਬਾਪ ਨੇ ਪਾਈਆਂ ਨੇ ਨਾ, ਉਹ ਪਾ ਲਿਆ ਕਰ। ਚਲ ਕੋਈ ਨਹੀਂ ਮੰਮੀ, ਮੈਂ ਲਾ ਕੇ ਦੇ ਦੇ ਲਾ ਕੇ। ਇੰਨਾ ਵੀ ਤੈਨੂੰ ਲੱਖਣ ਨਹੀਂ, ਰਾਤ ਨਹੀਂ ਪਾ ਕੇ ਪਏਗੀ ਟੂਮਾਂ। ਦੇਖ ਤਾਂ ਲੈ ਕਿਵੇਂ ਫਸਾਈ ਬੈਠੀ ਹੈ। ਭਰਾਵੋ ਮੈਂ ਕੱਢਾਂ, ਕੱਢਣ ਦਾ ਵੀ ਨਹੀਂ ਪਤਾ। ਮੰਮੀ ਜੀ। ਲੈ ਫੜਾ। ਮੇਰੀ ਗੱਲ ਸੁਣ, ਹੁਣ ਜਿਹੜੀਆਂ ਤੇਰੇ ਪੇਕਿਆਂ ਨੇ ਪਾਈਆਂ ਨੇ ਨਾ, ਉਹ ਪਾ ਲੈ ਕੰਨਾਂ 'ਚ। ਪਰ ਮੇਰੇ ਪੇਕਿਆਂ ਨੇ ਤਾਂ ਮੈਨੂੰ ਕੱਲੀਆਂ ਝਾਂਜਰਾਂ ਦਿੱਤੀਆਂ ਸੀ। ਫਿਰ ਉਹ ਪਾ ਕੇ ਛਿੜਕਾਉਂਦੀ ਰਹਿ। ਮੰਮੀ ਮੇਰੇ ਨਾਲ ਐਂ ਕਿਉਂ ਕਰਦੇ ਨੇ? ਮੰਮੀ ਆ ਕੀ? ਆ ਤਾਂ ਰਮਨ ਦੇ ਗਹਿਣੇ ਨੇ। ਨਾ ਫਿਰ ਰਾਮਣ ਦੇ ਗਹਿਣੇ ਨੇ ਤਾਂ ਮੈਨੂੰ ਵੀ ਪਤਾ ਹੈ। ਰਾਮਣ ਗਹਿਣੇ ਆਪਦੇ ਪੇਕਿਆਂ ਨੇ ਪਾਵੇ, ਇਹ ਤਾਂ ਆਪਣੇ ਨੇ। ਮੈਂ ਲਹਾ ਲੈ। ਲੈ ਕਾਹਤੋਂ ਲਹਾ ਲੈ ਮੰਮੀ? ਮੇਰੇ ਵਿਆਹ ਵੇਲੇ ਤਾਂ ਕੋਈ ਨਹੀਂ ਲਹਾਈ, ਮੈਂ ਤਾਂ ਹਲੇ ਤੱਕ ਸਾਂਭੀ ਬੈਠੀ ਆ। ਤੇਰੇ ਗਹਿਣੇ ਤਾਂ ਨਹੀਂ ਲਹਾਏ, ਤੇਰੇ ਪੇਕਿਆਂ ਨੇ ਬਥੇਰੀਆਂ ਟੂਮਾਂ ਪਾਈਆਂ ਤੀਆਂ। ਇਹਦੇ ਪੇਕਿਆਂ ਨੇ ਨੰਗਾ ਨੇ ਕੀ ਪਾਇਆ? ਕੁਛ ਵੀ ਨਹੀਂ ਪਾਇਆ। ਇੱਕੋ ਪਾਤੀਆਂ ਝਾਂਜਰਾਂ। ਉਹਨੇ ਝਾਂਜਰਾਂ ਪਾ ਕੇ ਫਿਰਦੀ ਰਿਹਾ ਕਰੂਗੀ। ਤੇਰੇ ਪੇਕਿਆਂ ਨੇ ਕਿੰਨਾ ਦਾਜ ਦਹੇਜ ਦਿੱਤਾ, ਇਹਨਾਂ ਨੇ ਨੰਗਾ ਨੇ ਕੀ ਦਿੱਤਾ? ਰਾਮਨਾ ਹਾਂਜੀ ਮੰਮੀ। ਉਰੇ ਆ, ਉਰੇ ਆ ਮੇਰੇ ਕੋਲੇ। ਨਾ ਗਲਾਸ 'ਚ ਕੀ ਲੈ ਰੱਖਿਆ? ਪਾਣੀ ਹੈ ਮੰਮੀ। ਪਾਣੀ? ਨਾ ਮੇਰੀ ਗੱਲ ਸੁਣ, ਜੇ ਪਾਣੀ ਠੰਡਾ ਪੀਣ ਦਾ ਇੰਨਾ ਸ਼ੌਂਕ ਹੈ, ਫਿਰ ਆਪਦਾ ਫ੍ਰਿਜ ਲੈ ਕੇ ਆਉਂਦੀ। ਉਹ ਪੈਕੜਾ ਚੱਕ ਕੇ ਉਹ 'ਚੋਂ ਪਾਣੀ ਪੀ ਲਿਆ ਕਰ। ਮੰਮੀ ਇੰਨੀ ਗਰਮੀ 'ਚ ਮੈਂ ਘੜੇ ਵਾਲਾ ਪਾਣੀ ਕਿਵੇਂ ਪੀਊਂਗੀ? ਨਹੀਂ ਤੇਰੇ ਬਾਪ ਨੂੰ ਕਹਿਣਾ ਸੀ ਵੀ ਮੈਂ ਠੰਡਾ ਪਾਣੀ ਪੀਊਂਗੀ, ਗਰਮ ਪਾਣੀ ਨਹੀਂ ਪੀ ਸਕਦੀ। ਆਪੇ ਤੈਨੂੰ ਫ੍ਰਿਜ ਦਿੰਦਾ। ਇਹ ਤਾਂ ਫ੍ਰਿਜ ਵੱਡੀ ਦਾ ਹੈ, ਇਹਦੇ ਨਾਲ ਹੱਥ ਲਾਇਆ ਕਰ ਫ੍ਰਿਜ ਦੇ। ਚਲ ਮੈਂ ਘਰੇ ਪੀ ਘੜੇ 'ਚੋਂ ਪੀ ਲੈਣੀ ਆ। ਦੇਖ ਤਾਂ ਲੈ, ਭਰ ਲਈ ਮੌਜਾਂ ਨਾਲ ਜਾ ਕੇ ਅੰਦਰੋਂ ਫ੍ਰਿਜ 'ਚੋਂ ਬੋਤਲ 'ਚੋਂ ਪਾਣੀ। ਉਹ ਪੀ ਲਓ ਕਿ ਗਲ ਚੜਦਾ। ਠੰਡਾ ਪੀਣਾ ਆਪਦਾ ਲਿਆ ਫ੍ਰਿਜ। ਰਾਮਨਾ ਹਾਂਜੀ ਮੰਮੀ। ਕੀ ਕਰਦੀ ਹੈ? ਮੈਂ ਕੱਪੜੇ ਧੋਂਦੀ ਸੀ, ਮਸ਼ੀਨ 'ਚ ਪਾ ਰਹੀ ਸੀ ਕੱਪੜਿਆਂ ਨੂੰ। ਪਹਿਲਾਂ ਮੇਰੀ ਗੱਲ ਸੁਣੋ ਰਿਆ। ਇਹ ਮਸ਼ੀਨ ਵੱਡੀ ਵੀ ਹੈ। ਜੇ ਕੱਪੜੇ ਧੋਣੇ ਨੇ ਨਾ ਮਸ਼ੀਨ 'ਚ, ਤੇਰੇ ਬਾਪ ਨੂੰ ਕਹਦੇ ਮਸ਼ੀਨ ਦੇ ਦੂਗਾ। ਨਹੀਂ ਇੱਕ ਗੱਲ ਹੋਰ, ਜੇ ਮਸ਼ੀਨ ਨਹੀਂ ਦੇਣੀ, ਜੇ ਉਹਦਾ ਸਮਾਨ ਤੇ ਵਰਤਣਾ, ਉਹਨੂੰ ਕਹਦੇ 2 ਲੱਖ ਰੁਪਇਆ ਦੇ ਦੂਗਾ, ਤੂੰ ਸਮਾਨ ਵਰਤੀ ਜਾ। ਨਹੀਂ ਉਹ ਪਈ ਹੈ ਬਾਲਟੀ, ਥਾਪਾ ਤੇ ਬੁਰਸ਼, ਚੱਕ ਕੇ ਉੱਥੇ ਕੱਪੜੇ ਧੋ ਲੈ ਜਾ ਕੇ। ਮੰਮੀ ਜੇ ਪੈਸੇ ਦੇਣੇ ਹੁੰਦੇ ਉਹ ਉਹਦੇ ਦੇ ਦਿੰਦੇ ਤੁਸੀਂ। ਫਿਰ ਹੱਥਾਂ ਨਾਲ ਧੋ ਲੈ, ਹੱਥ ਦਾ ਕੰਮ ਕਰਦੇ ਨੇ। ਧੋ ਲੈ ਜਾ ਕੇ ਜਾ। ਹਲੇ ਬੋਲਦੀ ਆ ਕਿ ਪੈਸੇ ਦੇਣੇ ਹੁੰਦੇ, ਫਿਰ ਧੋ ਲੈ। ਸਿੱਖ ਲੈਂਦੀ ਉਹ ਧੋਣਾ। ਆਈ ਆ ਵੱਡੀ ਮਸ਼ੀਨ 'ਚ ਕੱਪੜੇ ਧੋਣ ਵਾਲੀ। ਮੰਮੀ ਕੀ ਹੋ ਗਿਆ? ਹੋਣਾ ਕੀ ਹੈ, ਤੇਰੀ ਮਸ਼ੀਨ 'ਚ ਕੱਪੜੇ ਧੋ ਰਹੀ ਹੈ। ਮੈਂ ਆਖਿਆ ਜੇ ਜ਼ਿਆਦਾ ਸ਼ੌਂਕ ਹੈ ਮਸ਼ੀਨ 'ਚ ਕੱਪੜੇ ਧੋਣ ਦਾ, ਆਪਦੇ ਬਾਪ ਨੂੰ ਕਹਿ ਕੇ ਮਸ਼ੀਨ ਮੰਗਾ ਲੈ। ਮੰਮੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੁੰਨੇ ਹੋ?
ਉਹਦੇ ਕੋਲੇ ਵਿਚਾਰੀ ਕੋਲੇ ਨਹੀਂ ਹੈਗੀ ਮਸ਼ੀਨ, ਨਾਲੇ ਮਸ਼ੀਨ ਕਿਹੜੇ ਘਸ ਚੱਲੀ ਆ। ਨਹੀਂ ਇਹੋ ਜਿਹਾ ਸਮਾਨ ਰੋਜ਼-ਰੋਜ਼ ਨਹੀਂ ਬਣਦਾ। ਜਿਹਨੇ ਕੱਪੜੇ ਮਸ਼ੀਨ 'ਚ ਧੋਣੇ ਨੇ ਆਪਦੇ ਪੇਕਿਆਂ ਤੋਂ ਮੰਗਾ ਲਏ। ਪਹਿਲਾਂ ਤੇ ਤੇਰੇ ਫ੍ਰਿਜ ਨੂੰ ਹੱਥ ਪਾ ਕੇ ਖੜ ਗਈ, ਅੱਗੇ ਠੰਡਾ ਪਾਣੀ ਪੀਨੀ ਆ ਮੈਂ, ਹੁਣ ਜਾ ਕੇ ਮਸ਼ੀਨ 'ਚ ਕੱਪੜੇ ਪਾਉਣ ਲੱਗ ਗਈ। ਬਈ ਜੇ ਇੰਨਾ ਸ਼ੌਂਕ ਆ ਉਹਨੂੰ ਇਹੋ ਜਿਹੀਆਂ ਚੀਜ਼ਾਂ ਦਾ, ਫਿਰ ਆਪਦੇ ਪੇਕਿਆਂ ਤੋਂ ਮੰਗਾ ਲੇ। ਇੱਕ ਮਿੰਟ ਮੰਮੀ, ਗੱਲ ਤਾਂ ਸੁਣ ਜਾਓ। ਲਾਪ੍ਰੀਤਾ, ਪਾਣੀ ਦਾ ਗਲਾਸ ਲੈ ਕੇ ਗਰਮੀ ਬੜੀ ਆ। ਤੁਹਾਨੂੰ ਧੁੱਪ 'ਚ ਕੀ ਹੋਇਆ ਸੀ? ਸ਼ਾਮ ਨੂੰ ਵੀ ਤਾਂ ਕੰਮ ਕਰ ਸਕਦੇ ਹੋ, ਆਰਾਮ ਕਰ ਲਓ ਬਿੰਦਕ। ਸਵੇਰੇ ਖੇਤ ਵਗ ਜਾਂਦੇ ਹੋ, ਦੁਪਹਿਰੇ ਆ ਲੱਗ ਜਾਂਦੇ ਹੋ ਕਰਨ। ਅੱਜ ਪਾਣੀ ਨਹੀਂ ਖੜਦੇ, ਚਲ ਮੈਂ ਪਾਣੀ ਖੜ ਜੂਗਾ। ਤੇ ਛੋਟੀ ਕਿੱਥੇ ਆ? ਛੋਟੀ ਕੀ ਤੁਹਾਡੀ ਲੱਗਦੀ ਨਹੀਂ ਕੁਛ? ਤੁਹਾਡੀ ਭੈਣਾ ਵਰਗੀ ਐ, ਨਾਂ ਲੈ ਲਓ। ਨਾ ਮੈਂ ਜਾਣਦਾ ਨਹੀਂ, ਭੁੱਲ ਜਾਂਦਾ। ਇੱਕ ਤਾਂ ਹਜ਼ਾਈ ਦਾ ਹਫਤਾ ਹੋਇਆਗਾ। ਰਮਨ ਹੈ, ਅੱਛਾ, ਉਹਨੇ ਵਿਚਾਰੀ ਨੇ ਕੀ ਕਰਨਾ, ਅੰਦਰ ਬੈਠੀ ਆ। ਹੁਣ ਕੰਮ ਨੂੰ ਨਾ ਟੋਕਿਆ ਕਰੋ। ਹਜੇ ਵਿਚਾਰੀ ਦਿਨ ਥੋੜੇ ਹੋਏ ਨੇ। ਇੱਕ ਫੌਜੀ ਨੂੰ ਆਏ ਨਹੀਂ ਵੀ ਤੂੰ 2000 ਦਿਨ ਛੁੱਟੀ ਤੇ ਲਿਆ, ਜੀ ਲੱਗ ਜੂ ਵਿਚਾਰੀ ਦਾ। ਹਾਂਜੀ, ਮੈਨੂੰ ਵੀ ਇਹੀ ਲੱਗਦਾ, ਜਿਵੇਂ ਛੋਟੀ ਤੇ ਨਾ ਵਿਚਾਰੀ ਦਾ ਦਿਲ ਨਹੀਂ ਲੱਗਿਆ ਹੁੰਦਾ। ਚੱਲ ਕੋਈ ਨਾ, ਨਾਲੇ ਮੰਮੀ ਨੂੰ ਕਹਿ ਦੇ ਬਾਲਾ ਉਹਨੂੰ ਬੋਲਿਆ ਨਾ ਕਰੇ, ਤੇ ਨਾਲੇ ਉਹਦੇ ਕੋਲ ਤੂੰ ਬਹਿ ਜਾ ਕਰਦਾ 15 ਮਿੰਟ, ਜੀ ਲੱਗ ਜੂਗਾ ਇਹਦੇ ਨਾਲ ਉਹਦਾ। ਚੱਲ ਕੋਈ ਨਾ, ਨਾਲੇ ਤੁਸੀਂ ਨਾ ਪਾਣੀ ਪੀ ਕੇ ਆਰਾਮ ਕਰ ਲਓ, ਧੁੱਪ 'ਚ ਨਾ ਲੱਗੇ ਰਿਹਾ ਕਰੋ। ਗਰਮੀ ਇੰਨੀ ਹੋਈ ਪਈ ਆ, ਛੇਤੀ ਬੁਖਾਰ ਚੜਾ ਕੇ ਬਹਿ ਜਾਓਗੇ। ਚੱਲ ਮੈਂ ਵੀ ਆਉਣਾ, ਕੋਈ ਨਾ, ਥੋੜਾ ਰਹਿ ਕੰਮ। ਸਿਰ ਦੁਖੀ ਆਂਦਾ, ਮੈਂ 2 ਮਿੰਟ ਪੱਖਾ ਲਾ ਕੇ ਬੈਠ ਗਈ ਹਾਂ। ਨਾ ਕੀ ਗੱਲ, ਤੈਨੂੰ 50 ਵਾਰੀ ਕਹਿਤਾ ਵੀ ਵੱਡੀ ਦੇ ਸਮਾਨ ਦੇ ਹੱਥ ਨਾ ਤੂੰ ਲਾਇਆ ਕਰ। ਤੂੰ ਲੈਣੀ ਆ ਫੇਰ ਜਾ ਕੇ ਪੰਗੇ ਲੈਣ ਲੱਗ ਜਾਨੀ ਏ। ਮੰਮੀ ਮੇਰਾ ਸਿਰ ਦੁਖੀ ਆਂਦਾ ਸੀ, ਮੈਂ ਤਾਂ ਪੱਖਾ ਲਾ ਕੇ ਪੈ ਗਈ। ਨਾ ਤੈਨੂੰ ਇਹਨਾਂ ਦਾ ਪਤਾ ਵੀ ਇਹ ਪੱਖਾ ਵੀ ਵੱਡੀ ਦਾ ਹੈ। ਮੰਮੀ ਮੈਨੂੰ ਨਹੀਂ ਪਤਾ ਸੀਗਾ ਵੀ ਪੱਖਾ ਇਹ ਦੀਦੀ ਲੈ ਕੇ ਆਏ ਸੀਗੇ। ਸਿਰ ਦੁਖਣ ਨੂੰ ਤੈਨੂੰ ਕੀ ਹੋ ਰਿਹਾ? ਤੇਰਾ ਬੇਲੀ ਦੀ ਸਿਰ ਦੁਖਣ ਲੱਗ ਗਿਆ। ਮੰਮੀ ਜੀ ਮੈਨੂੰ ਐਂ ਲੱਗਦਾ ਜਿਵੇਂ ਬੁਖਾਰ ਹੋ ਰਿਹਾ ਹੁੰਦਾ। ਅੱਛਾ ਦੇਖਾਂ, ਕਿਤੇ ਟਾਈਫਾਇਡ ਤਾਂ ਨਹੀਂ ਹੋ ਰਿਹਾ ਤੈਨੂੰ? ਥੋੜਾ ਨਾ ਕਰਾ ਲਿਆ ਮੈਂ ਬਾਬੇ ਤੋਂ। ਕਰਦੀ ਏ ਕੀ ਟਾਸ਼ਨ, ਸਾਰਾ ਦਿਨ ਖਾਣ ਤੇ ਜ਼ੋਰ ਦੇ ਰੱਖਿਆ, ਡੱਕਾ ਤੂੰ ਕੰਮ ਦਾ ਤੋੜਦੀ ਨਹੀਂ ਹੈਗੀ। ਅੱਗੇ ਸਿਰ ਦੁਖਣ ਲੱਗ ਗਿਆ, ਬੁਖਾਰ ਚੜ ਗਿਆ। ਇਹੀ ਚਰਿੱਤਰ ਆਉਂਦੇ ਨੇ ਤੈਨੂੰ। ਮੰਮੀ ਮੈਂ ਕੱਪੜੇ ਧੁੱਪੇ ਧੋਤੇ ਸੀ, ਮੈਨੂੰ ਲੱਗਦਾ ਤਾਂ ਬੁਖਾਰ ਹੋ ਗਿਆ। ਨਾ ਕੱਪੜੇ ਧੋਣ ਨੂੰ 2 ਤਾਂ ਸੂਟ ਧੋਤੇ ਨੇ, 10 ਕੀ ਤਾਂ ਕੱਪੜੇ ਦੀ ਪੰਡ ਧੋਤੀ ਏ। ਜੇ ਧੁੱਪ 'ਚ ਨਹੀਂ ਕੱਪੜੇ ਧੋਤੇ ਜਾਂਦੇ, ਤੇਰੇ ਬਾਪ ਨੂੰ ਕਹਦੇ ਮਸ਼ੀਨ ਛੱਡ ਜੂ। ਨਾਲੇ ਮੰਗਾ ਲੈ ਕੂਲਰ, ਪੈ ਜਾ ਕਰੀ ਮੌਜਾਂ ਨਾਲ ਲਾ ਕੇ। ਫਿਰ ਕਿਹਨੇ ਰੋਕਣਾ ਤੈਨੂੰ? ਨਾ ਮੇਰੀ ਗੱਲ ਸੁਣ, ਤੇਰੇ ਬਾਪ ਨੂੰ ਉਦੋਂ ਦਿੰਦਾ ਤੇ ਜਦੋਂ ਫੌਜੀ ਨਾਲ ਮੱਥਾ ਲਾਇਆ ਸੀ। ਨਹੀਂ ਜੇ ਦੇਣ ਲੈਣ ਨੂੰ ਕੱਖ ਨਹੀਂ ਤੀ, ਫਿਰ ਹੋਰ ਕਿਤੇ ਰਿਸ਼ਤਾ ਕਰ ਦਿੰਦਾ। ਮੇਰੇ ਮੁੰਡੇ ਨੂੰ ਕਿਹੜਾ ਰਿਸ਼ਤਿਆਂ ਦਾ ਘਾਟਾ ਤੀ? ਬਥੇਰੇ ਰਿਸ਼ਤੇ ਆਉਂਦੇ ਤੇ, ਨਾਲੇ 15 ਕਿੱਲੇ ਕੁੜੀਆਂ ਨੂੰ ਜ਼ਮੀਨ ਦੇ ਵੀ ਆਉਂਦੇ ਤੇ, ਨਾਲੇ ਅਗਲਾ 20 ਲੱਖ ਰੁਪਇਆ ਨਕਦ ਦਿੰਦਾ ਤੀ। ਆ ਪਾਤੀ ਨੰਗਾ ਦੀ ਪੱਲੇ। ਮੰਮੀ ਉਹ ਤੁਸੀਂ ਕਿਹਾ ਸੀ ਸਾਨੂੰ ਦਹੇਜ ਨਹੀਂ ਚਾਹੀਦਾ ਹੈਗਾ। ਨਹੀਂ ਮੈਂ ਨਹੀਂ ਕਿਹਾ, ਮੇਰਾ ਤਾਂ ਮੁੰਡਾ ਹੀ ਨਹੀਂ ਮੰਨਿਆ। ਕਹਿੰਦਾ ਵੀ ਚੱਲ ਕੋਈ ਨਾ, ਆਏ ਤੀ ਵੀ ਚੱਲ ਮਾੜਾ ਮੋਟਾ ਤੇ ਦੇਣਗੀ। ਮੈਨੂੰ ਕੀ ਪਤਾ ਤੀ ਵੀ ਜਮੀ ਖਾਖੀ ਨੰਗ ਨੇ, ਪੱਲੇ ਕੱਖੇ ਨਹੀਂ ਹੈਗਾ। ਪੰਡ ਨੋਟਾਂ ਦੀ ਲਾਈ ਦੀ ਫੌਜੀ ਦੀ ਪੜ੍ਹਾਈ ਤੇ, ਆਈ ਨਹੀਂ ਫੌਜੀ ਬਣ ਗਿਆ ਉਹ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਜੇ ਅੱਜ ਤੋਂ ਬਾਅਦ ਨਾ ਵੱਡੀ ਦੀ ਕਿਸੇ ਚੀਜ਼ ਦੇ ਵੀ ਹੱਥ ਲਾਇਆ, ਹੱਥ ਜੇ ਤੋੜ ਕੇ ਹੱਥ 'ਚ ਫੜਾ ਦੂੰਗੀ, ਦੇਖ ਲਈ ਤੂੰ ਫਿਰ। ਜਿੰਨੀ ਕਿ ਮੇਰੇ ਬਾਪੂ ਚ ਗੰਜਾਇਸ਼ ਸੀ ਉਹਨੇ ਕਰਤਾ। ਹੁਣੇ ਮੈਨੂੰ ਦਾਜ ਦੀ ਮਿਹਣੇ ਮਾਰਦੇ ਰਹਿੰਦੇ ਨੇ। ਹੁਣ ਤਾਂ ਮੇਰਾ ਵਿਆਹ ਵੀ ਪੈਸੇ ਚੱਕ ਕੇ ਕੀਤਾ। ਹੁਣ ਮੈਂ ਕਰਾਂ ਤਾਂ ਕੀ ਕਰਾਂ, ਨਾ ਮੈਂ ਉਹਨਾਂ ਨੂੰ ਕਹਿਣ ਜੋਗ ਰਹੀ ਹਾਂ। ਰਮਨ ਕੀ ਗੱਲ ਹੋ ਗਈ? ਕੁਛ ਨਹੀਂ ਹੈ ਦੀਦੀ। ਕੁਛ ਤਾਂ ਕਿਉਂ ਨਹੀਂ ਹੋਇਆ, ਮੈਂ ਸਾਰਾ ਕੁਝ ਸੁਣ ਲਿਆ ਸੀਗਾ। ਤੂੰ ਨਾ ਰਮਨ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ, ਉਹਨਾਂ ਦਾ ਨਾ ਬਸ ਬੋਲਣ ਦਾ ਸੁਭਾਅ ਹੀ ਆ। ਨਹੀਂ ਮੈਂ ਗੁੱਸਾ ਨਹੀਂ ਕੀਤਾ ਹੈਗਾ, ਬਸ ਐਵੇਂ ਹੋ ਜਾਂਦਾ ਹੈ ਨਾ, ਜੇ ਮੈਂ ਆਪਣੀਆਂ ਚੀਜ਼ਾਂ ਲਿਆਉਣੀ ਤਾਂ ਮੇਰਾ ਵੀ ਹੱਕ ਹੁੰਦਾ ਹੈ ਨਾ। ਓਹੋ, ਕਿਹੋ ਜਿਹੀਆਂ ਗੱਲਾਂ ਕਰਦੀ ਅੜੀਏ ਤੂੰ? ਤੂੰ ਮੇਰੀ ਕੋਈ ਵੀ ਚੀਜ਼ ਯੂਜ਼ ਕਰ ਲਿਆ ਕਰ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮੰਮੀ ਨੇ ਤਾਂ ਸੁਭਾਅ ਹੀ ਹੈ, ਕਾਹਨੂੰ ਗੁੱਸਾ ਕਰਨਾ? ਨਾਲੇ 1-2 ਦਿਨ ਬੋਲੂਗੀ, ਤੀਜੇ ਦਿਨ ਆਪੇ ਚੁੱਪ ਕਰ ਜੂਗੀ, ਠੀਕ ਹੈ? ਨਾਲੇ ਇਹ ਜੇ ਤੇਰਾ ਨਾਂ ਜੀ ਲੱਗਿਆ ਤਾਂ ਮੈਂ ਦੱਸ ਦੀ, ਠੀਕ ਹੈ? ਪਤਾ ਨਹੀਂ ਇਹ ਸਭ ਹੋਰ ਕਿੰਨਾ ਟਾਈਮ ਚੱਲੂਗਾ। ਇਹ ਵੀ ਤਾਂ ਵਿਚਾਰੀ ਮੇਰੀ ਛੋਟੀਆਂ ਭੈਣਾਂ ਵਰਗੀ ਆ, ਜਦੋਂ ਮੰਮੀ ਦਾ ਦਿਲ ਕਰਦਾ ਇਹਨੂੰ ਸੁਣਾ ਕੇ ਚਲੇ ਜਾਂਦੇ ਨੇ। ਪਰ ਮੈਨੂੰ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ, ਐ ਨਹੀਂ ਗੱਡੀ ਸੂਤ ਆਉਣੀ। ਦੇਖ ਲੈ, 2 ਨੂੰਹਾਂ ਨੇ,
ਕੰਮ ਫੇਰ ਵੀ ਮੈਨੂੰ ਸਾਰਾ ਆਪ ਨੂੰ ਕਰਨਾ ਪੈਂਦਾ ਹੈ। ਦੋਨੇ ਇੱਕੋ ਜੀਆਂ ਟੱਕਰ ਵੱਡੀ ਵੀ ਨਾ ਛੋਟੀ ਦੀ ਮੇਰ ਬਾਹਲੀ ਲੈਣ ਲੱਗ ਗਈ ਹੁਣ। ਆਏ ਨਹੀਂ ਹੈਗਾ ਵੀ ਆਹ ਸਾਰਾ ਫਰਸ਼ ਪਿਆ ਧੋਣ ਵਾਲਾ ਵੀ ਅਸੀਂ ਧੋ ਦਈਏ ਫਟਾਫਟ। ਕੋਈ ਇੱਧਰ ਵੜ ਕੇ ਬਹਿ ਜਾਂਦੀ ਹੈ, ਕੋਈ ਇੱਧਰ ਵੜ ਕੇ ਬਹਿ ਜਾਂਦੀ ਹੈ। ਇਹਨਾਂ ਨੇ ਵੀ ਮੈਨੂੰ ਤਾਂ ਦੁੱਖ ਦੇ ਲਿਆ। चाची मंडी जाएंगे तो मेरी मम्मी ने सुनेहा लाया है, कह दी। ਵੇ ਹਾਂ ਮੇਰੇ ਤਾਂ ਲੈ ਦਿਮਾਗ 'ਚ ਹੀ ਗੱਲ ਨਿਕਲ ਗਈ। ਜਾਣਾ ਮੈਂ ਮੰਡੀ। ਤੇਰੀ ਮੰਮੀ ਹੋ ਗਈ ਤਿਆਰ? हाँ छेती आ जाने वाले। ਉਹਨੂੰ ਐਂ ਕਹਦੇ ਬਸ 10 ਮਿੰਟ ਖੜ, ਮੈਂ ਹੁਣੇ ਹੀ ਕੱਪੜੇ ਬਦਲ ਕੇ। ठीक है। ਠੀਕ ਹੈ ਚੰਗਾ। ਲੈ ਹੁਣ ਤਾਂ ਉਸੇ ਨੂੰ ਕਹਿਨੀ ਆ ਵੀ ਫਰਸ਼ ਧੋਣ ਵਾਲਾ ਪਿਆ, ਆਪੇ ਧੋ ਦੂਗੀ। ਛੋਟੜੀ ਲਿਟੀ ਰਹਿੰਦੀ ਆ ਸਾਰਾ ਦਿਨ ਮੰਜੇ ਤੇ, ਸਾਨ ਵਰਗੀ ਹੋ ਗਈ ਆ ਖਾ ਖਾ ਕੇ। ਮੈਂ ਤਾਂ ਤਿਆਰ ਹੋ ਕੇ ਜਾਂਦੀ ਆ ਮੰਡੀ। ਹੋਰ ਕੀ ਕਹਿੰਦਾ ਸੀ ਕੁੜੇ ਫੌਜੀ ਲਿਆਉਣ ਨੂੰ? ਉਹ ਤਾਂ ਐ ਕਹਿੰਦਾ ਸੀਗਾ ਮੈਂ ਆਉਂਦਾ ਹੋਇਆ ਤੇਰੇ ਵਾਸਤੇ ਸੂਟ ਲੈ ਕੇ ਆਉਂਗਾ। ਅੱਛਾ ਹਾਂ। ਨਹੀਂ ਮੇਰੇ ਵਾਸਤੇ ਵੀ ਮੰਗਵਾ ਦੀ ਇੱਕ ਸੂਟ। ਚੱਲ ਜਦੋਂ ਫੋਨ ਆਇਆ ਮੈਂ ਕਹੂੰਗੀ। ਨਾ ਕੀ ਕੀ ਖਿੜਖਿੜ ਦੰਦ ਕੱਢੀ ਜਾਂਦੇ ਹੋ? ਕੰਮ ਕਰ ਲਓ, ਸਾਰਾ ਕੰਮ ਆਈ ਪਿਆ। ਦੇਖੀ ਭਾਂਡੇ ਨਾਲ ਟੋਕਰਾ ਉਹ ਤਾਂ ਮਾਂਜ ਲਓ। ਮੰਮੀ ਕੋਈ ਨਾ ਮਾਂਜ ਲਾਂਗੇ, 2 ਘੜੀ ਬੈਠ ਜਾਣ ਦਿਆ ਕਰੋ। 12 ਵੱਜ ਰਹੇ ਨੇ, ਕਦੋਂ ਮਾਂਜੂਗੀਆਂ? ਮੇਰੀ ਸੁਣ ਗੱਲ, ਕੰਮ ਕਰ ਲਓ ਸਾਰਾ ਜਿਹੜਾ ਰਹਿੰਦਾ ਹੈ। ਮੈਂ ਤਾਂ ਉੱਥੇ ਜਾਨੀ ਆ ਮੰਡੀ 'ਚ, ਉਹ ਤੇਰੀ ਚਾਚੀ ਜਾਊਗੀ, ਮੁੰਡਾ ਭੇਜਿਆ ਉਹਨੇ। ਮੇਰਾ ਤਾਂ ਤੁਸੀਂ ਨੇ ਦਿਮਾਗ ਲਿਆ ਤਾਂ ਮੇਰੇ ਦਿਮਾਗ 'ਚ ਤਾਂ ਇਹ ਵੀ ਨਿਕਲ ਗਿਆ ਮੈਂ ਅੱਜ ਬਾਜ਼ਾਰ 'ਚ ਜਾਣਾ ਸੀ। ਤਿਆਰ ਹੁੰਨੀ ਆ ਮੈਂ, ਕੰਮ ਕਰ ਲਓ ਜਾ ਕੇ। ਠੀਕ ਹੈ। ਆ ਦੇਖ ਰਮਨ, ਇੱਕ ਦਾ ਸੂਟ ਆ। ਹਾਂ ਦੀਦੀ ਨੀ ਲਾਪ੍ਰੀਤ, ਹਾਂਜੀ ਕੁੱਕੜ ਕਿੱਥੇ ਹੈ? ਪਤਾ ਨਹੀਂ ਮੰਮੀ ਅੰਦਰ ਹੀ ਹੋਣਾ, ਦੇਖ ਲਓ। ਵੇ ਕੁੱਕੜਾ, ਇੱਕ ਆ ਹੈ। ਕੁੱਕੜਾ। ਹਾਂ ਕੀ ਆ ਮੈਂ? ਵੇ ਮੈਂ ਤਾਂ ਤੈਨੂੰ ਐਂ ਕਹਿੰਦੀ ਆ, ਮੈਂ ਕਿਹਾ ਮਾੜਾ ਜਿਹਾ ਮੋਟਰਸਾਈਕਲ ਲੈ ਕੇ ਜੱਖ ਤੱਕ ਜਾ ਕੇ ਆਉਣਾ, ਨਾਲ ਤੇਰੀ ਚਾਚੀ ਜਾਊਗੀ। ਛੱਡਿਆ ਆਉਣਾ ਤਾਂ ਛੱਡ ਕੇ ਨਹੀਂ ਆਉਣਾ, ਲੈ ਕੇ ਵੀ ਆਉਣਾ। ਚੱਲ ਕਿਹੜੇ ਮੋਟਰਸਾਈਕਲ ਦੀ ਗੱਲ ਕਰਦੇ ਹੋ ਮੰਮੀ? ਨਹੀਂ ਆਪਣੇ ਦੀ, ਹੋਰ ਕਿਹਦੇ ਦੀ? ਕਿਉਂ? ਬੱਸ ਤੇ ਵਗ ਜਾਓ ਮੰਡੀ। ਨਹੀਂ ਇੰਨੀ ਗਰਮੀ 'ਚ ਬੱਸ ਤੇ ਪਹਿਲਾਂ ਕਿਵੇਂ ਜਾਵਾਂਗੇ ਅਸੀਂ? ਮੰਮੀ ਮੇਰੀ ਗੱਲ ਸੁਣੋ, ਜੇ ਤੁਹਾਨੂੰ ਮੋਟਰਸਾਈਕਲਾਂ ਤੇ ਚੜਨ ਦਾ ਬੜਾ ਹੀ ਸ਼ੌਂਕ ਹੈ ਤਾਂ ਫਿਰ ਆਪਣੇ ਦਾਜ ਦੇ ਵਿੱਚ ਤੁਸੀਂ ਕੋਈ ਗੱਡੀ ਜਾਂ ਮੋਟਰਸਾਈਕਲ ਲੈ ਕੇ ਆਉਣਾ ਸੀ। ਇਹ ਤਾਂ ਮੇਰੀ ਮੰਮੀ ਡੈਡੀ ਨੇ ਮੈਨੂੰ ਦਾਜ ਦੇ ਵੀ ਦਿੱਤਾ ਸੀਗਾ, ਇਹਦੇ ਜਾਣ ਦੀ ਕੋਈ ਲੋੜ ਨਹੀਂ। ਬੱਸ ਤੇ ਜਾਓ, ਆਪਦਾ ਕਿਰਾਇਆ ਲਾ ਕੇ। ਨਹੀਂ ਇਹ ਵੀ ਤਾਂ ਘਰ ਦੀ ਮੋਟਰਸਾਈਕਲ ਹੈ, ਦੱਸ ਕੀ ਹੋ ਗਿਆ? ਫਿਰ ਕੀ ਹੋ ਗਿਆ ਜੇ ਤੇਰੇ ਪੇਕਿਆਂ ਨੇ ਦਿੱਤਾ? ਸਿੱਧੀ ਜੀ ਗੱਲ ਹੈ, ਤੁਸੀਂ ਕਹਿ ਦਿਓ ਮੰਮੀ ਨੂੰ ਮੇਰੇ ਮੋਟਰਸਾਈਕਲ ਤੇ ਚੜਨ ਦੀ ਕੋਈ ਲੋੜ ਨਹੀਂ, ਆਪਦਾ ਦਾਜ ਚ ਲੈ ਕੇ ਆਉਣਾ ਸੀਗਾ। ਲੈ ਦੇਖ ਲੈ, ਕਰ ਲੈ ਕਿ ਉਹਨੂੰ ਭਾਂਡਾ। ਇਹ ਵੀ ਐਸੇ ਵਾਲੀ ਬੋਲੀ ਬੋਲਣ ਲੱਗ ਗਈ। ਤੇਰੇ ਕੁਝ ਨਹੀਂ ਕਹਿਣਾ, ਮਾਂ ਦੇ ਮਰਜ਼ੀ ਕਰੋ। ਆ ਤੈਨੂੰ ਕੀ ਲੋੜ ਹੈ ਬੋਲਣ ਦੀ? ਮੈਂ ਤਾਂ ਬਾਜ਼ਾਰ ਹੀ ਨਹੀਂ ਜਾਂਦੀ, ਬੱਸ ਤੇ ਵਗ ਜੂੰਗੀ ਜਿੱਦੇ ਜਾਣਾ ਹੋਊਗਾ। चाची हुण निकलिया मेरे लिए मां मेनू गालां कड्ढी जांदी है। ਹਾਂ ਕੀ ਚਾਚੀ ਚਾਚੀ ਲਈ ਵੇ ਤੂੰ? ਆਪਦੀ ਮਾਂ ਨੂੰ ਜਾ ਕੇ ਕਹਿ ਦੇ, ਉਹ ਨਹੀਂ ਜਾਂਦੀ ਮੰਡੀ ਮੁੰਡੀ। इन्ना औखा या की बोलदी है, मैं कह दूंगा जाके। ਹੁਣ ਵਗ ਜਾ, ਮੇਰੇ ਮੂੰਹ ਕੀ ਦੇਖਦਾ? ਦੇਖ ਲਓ ਅੱਜ ਕੱਲ ਦੇ ਜਵਾਕ। ਚਲ ਆ ਜਾ ਅੰਦਰ ਬੈਠਦੇ ਆ। ਮੰਮੀ ਹਾਂ ਆ ਕੀ ਕਰਦੇ ਹੋ? ਕੀ ਕਰਨਾ? ਕੱਪੜੇ ਧੋਣੀ, ਹੋਰ ਕੀ ਕਰੂੰਗੀ ਮਸ਼ੀਨ ਕੋਲ ਖੜ ਕੇ? ਮਸ਼ੀਨ 'ਚ ਕੱਪੜੇ ਧੋਉਂਗੇ? ਨਾ ਹੋਰ। ਉਹ ਪਈ ਆ ਬਾਲਟੀ ਤੇ ਉਹ ਆ ਟੂਟੀ, ਪਾਣੀ ਭਰ ਕੇ ਨਾ ਹੱਥਾਂ ਨਾਲ ਕੱਪੜੇ ਧੋ ਲਓ। ਨਾ ਹੱਥਾਂ ਨਾਲ ਕਿਉਂ ਧੋਵਾਂ? ਪਹਿਲਾਂ ਵੀ ਤਾਂ ਮੈਂ ਮਸ਼ੀਨ 'ਚ ਹੀ ਕੱਪੜੇ ਧੋਂਦੀ ਸੀ। ਪਹਿਲਾਂ ਜਿੰਨੇ ਧੋਣੇ ਸੀ ਧੋ ਲਏ, ਹੁਣ ਉਹ ਟਾਈਮ ਗਿਆ। ਯਾਦ ਕਰ ਲਓ, ਇਹ ਮਸ਼ੀਨ ਮੇਰੇ ਦਾਜ ਚ ਆਈ ਹੋਈ ਆ। ਨਾ ਜੇ ਮਸ਼ੀਨ ਤੇਰੇ ਦਾਜ 'ਚ ਆਈ ਹੈ ਤਾਂ ਦਾਜ ਵੀ ਮੇਰੇ ਪੁੱਤ ਨੂੰ ਹੀ ਮਿਲਿਆ। ਮੰਮੀ ਮੇਰੇ ਨਾਲ ਨਾ ਬੜਾ ਬੋਲਣ ਦੀ ਲੋੜ ਨਹੀਂ ਹੈਗੀ, ਨਾਲੇ ਆਹ ਸਮਾਨ ਨਾ ਬਾਰ-ਬਾਰ ਨਹੀਂ ਬਣਦਾ ਹੁੰਦਾ। ਮੇਰੇ ਬਾਪੂ ਨੇ ਮੈਨੂੰ ਬੜੇ ਪੈਸੇ ਲਾ ਕੇ ਫੇਰ ਸਮਾਨ ਬਣਾ ਕੇ ਦਿੱਤਾ। ਨਾ ਬੋਲਣ ਦੀ ਲੋੜ ਕਿਉਂ ਨਹੀਂ? ਜੇ ਮੇਰਾ ਪੁੱਤ ਤੈਨੂੰ ਵਿਆਹ ਕੇ ਲਿਆ ਤਾਂ ਹਾਂ ਸਮਾਨ ਮਿਲਿਆ, ਤੈਨੂੰ ਕੱਲੇ ਦਾਜ ਨਾਲ ਹੀ ਵਿਆਹ ਕੇ ਤੋਰਤਾ ਜੀ ਉਹਨਾਂ ਨੇ। ਮੰਮੀ ਮੇਰੇ ਨਾਲ ਨਾ ਬਾਲੀ ਪਕਾਈ ਮਾਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ? ਜੇ ਤੁਹਾਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਣ ਦਾ ਇੰਨਾ ਹੀ ਸ਼ੌਂਕ ਹੈ, ਫਿਰ ਆਪਣੇ ਦਾਜ 'ਚ ਲੈ ਕੇ ਆਉਣੀ ਸੀ। ਚਲੋ ਜੇ ਤੁਹਾਡੇ ਵੇਲੇ ਜ਼ਮਾਨਾ ਨਹੀਂ ਸੀਗਾ ਮਸ਼ੀਨਾਂ ਦਾ, ਤਾਂ ਫਿਰ ਹੁਣ ਲੈ ਆਓ, ਬਥੇਰੇ ਪੈਸੇ ਕਮਾਉਂਦੇ ਹੋ। ਨਹੀਂ ਜੇ ਤੈਨੂੰ ਦਾਜ ਦਿੱਤਾ ਹੈ ਤਾਂ ਘਰ ਵਿੱਚ ਵਰਤਣ ਵਾਸਤੇ ਦਿੱਤਾ ਹੋਣਾ। ਆ ਤਾਂ ਨਹੀਂ ਹੈਗਾ ਵੀ ਤੂੰ ਕੱਲੀ ਨਹੀਂ ਵਰਤਣਾ। ਜੀ ਨਹੀਂ, ਮੇਰੇ ਪਿਓ ਦਾ ਦਾਜ ਦਿੱਤਾ ਹੋਇਆ ਹੈ ਤੇ ਸਿਰਫ ਮੈਂ ਵਰਤੂੰਗੀ। ਲੈ ਦੇਖ ਲੈ, ਇਹਦੇ ਵੀ ਪਰ ਨਿਕਲਿਆ ਏ। ਕੋਈ ਨਾ, ਕਰਦੀ ਅੱਜ ਕੁੱਕੜ ਨਾਲ ਗੱਲ। ਇਹਦੀ ਅਕਲ ਮੈਂ ਲਿਆਉਣੀ ਆ ਟਿਕਾਣੇ। ਜਿਆਦੀ ਲੱਗੀ ਹੁਣ ਫਰ ਕਰਨ, ਪਰ ਜਿਹਦੇ ਕੱਟਣੀ ਪੈਣਗੇ ਮੈਨੂੰ ਲੱਗਦਾ। ਮੈਨੂੰ ਆਈ ਹੈ ਵੱਡੀ ਮਸ਼ੀਨ ਵਾਲੀ, ਅੱਗ ਲੱਗੇ ਤੇਰੀ ਮਸ਼ੀਨ। ਨਹੀਂ ਰੱਖਣਾ, ਉਸ ਤੋਂ ਬਣ ਜਾ ਮੇਰੇ ਕੱਪੜੀ ਮਾਸਲ ਦੇ, ਸਾਬਣ ਲਾ ਕੇ ਧੋ ਦੇ ਉੱਥੇ। ਕਿਉਂ ਫਿਰ ਮਸ਼ੀਨ 'ਚ ਨਹੀਂ ਧੋਂਦੇ? ਇਹ ਮਸ਼ੀਨ ਉਹਦੀ ਆ ਵੱਡੀ ਦੀ, ਉਹ ਕਿੱਥੇ ਹੱਥ ਲਾਉਣ ਦਿੰਦੀ ਹੈ?
ਕਹਿੰਦੀ ਜੇ ਮਸ਼ੀਨ 'ਚ ਧੋਣੇ ਨੇ ਆਪਦੀ ਮਸ਼ੀਨ ਲਿਆਓ, ਮੈਂ ਮੇਰੀ ਮਸ਼ੀਨ 'ਚ ਨਾ ਕਹਿੰਦੀ ਕੱਪੜੇ ਧੋ ਤੁਸੀਂ। ਚਲੋ ਕੋਈ ਨਹੀਂ, ਮੈਂ ਧੋ ਦਿੰਦੀ ਹਾਂ। ਸਮਾਰ ਕੇ ਧੋਦੀ ਹੈ ਠੀਕ। ਤੇ ਤਾਰ ਤੇ ਪੁੱਠੇ ਕਰਕੇ ਸੁੱਕਣੇ ਲਾ ਦੀ, ਨਹੀਂ ਧੁੱਪ 'ਚ ਰੰਗ ਉੱਡ ਜੂਗਾ। ਠੀਕ ਹੈ, ਮੈਂ ਜਾ ਧੋ ਦਿੰਦੀ ਬਾਲੀ ਸਿਆਣੀ ਬੇਟੀ। ਓਹੋ ਤਾਂ ਗਰਮੀ ਬਲਾਈ ਹੋ ਰਹੀ ਹੈ, ਜਿੰਨੀ ਅੱਗ ਪੈ ਰਹੀ ਹੈਗੀ। ਠੰਡਾ ਪਾਣੀ ਪੀਣੀ ਹੈ ਘੁੱਟਾ। ਆ ਪਾਣੀ ਕਿੱਥੋਂ ਲੈ ਕੇ ਆਏ ਹੋ? ਫ੍ਰਿਜ 'ਚੋਂ ਲੈ ਕੇ ਆਈਆਂ, ਹੋਰ ਪਾਣੀ ਮੈਂ ਕਿੱਥੋਂ ਲਿਆਈ? ਕਿਉਂ ਫ੍ਰਿਜ ਦਾਦ ਦੇ ਵਿੱਚ ਲੈ ਕੇ ਆਏ ਸੀ ਤੁਸੀਂ? ਨਾ ਕੀ ਗੱਲ, ਪਹਿਲਾਂ ਕਿਹੜਾ 'ਚ ਪਾਣੀ ਨਹੀਂ ਪੀਂਦਾ ਕੋਈ? ਉਹ ਬਰਾਂਡੇ 'ਚ ਘੜਾ ਪਿਆ, ਚੁੱਪ ਕਰਕੇ ਘੜੇ ਦਾ ਪਾਣੀ ਪੀ ਲਓ। ਜ਼ਰੂਰਤ ਨਹੀਂ ਕੋਈ ਮੇਰੇ ਫ੍ਰਿਜ ਨੂੰ ਹੱਥ ਲਾਉਣ ਦੀ। ਤੂੰ ਜਮੀ ਸਿਰੇ ਸਿਰ ਚੜਦੀ ਜਾਂਦੀ ਐ ਨਾ, ਲਾਈਟ ਤਾਂ ਘਰ ਦੀ ਮੱਚਦੀ ਐ। ਮੱਚਦੀ ਹੋਵੇ ਫਿਰ ਲਾਈਟ ਵੀ ਤਾਂ ਮੱਚਦੀ ਹੈ ਜੇ ਮੈਂ ਫ੍ਰਿਜ ਲੈ ਕੇ ਆਈ ਸੀ, ਨਹੀਂ ਤਾਂ ਤੁਹਾਡੇ ਨੰਗਾ ਦੇ ਹੈਗਾ ਕੀ ਸੀ? ਆ ਕੂਲਰ, ਪੱਖਾ, ਫ੍ਰਿਜ, ਬੈੱਡ, ਅਲਮਾਰੀ, ਵਾਸ਼ਿੰਗ ਮਸ਼ੀਨ, ਸਾਰਾ ਕੁਝ ਤਾਂ ਤੁਸੀਂ ਮੇਰਾ ਵਰਤੀ ਜਾਂਦੇ ਹੋ। ਜੇ ਇੰਨੀਆਂ ਚੀਜ਼ਾਂ ਵਰਤਣ ਦਾ ਸ਼ੌਂਕ ਹੈ ਤਾਂ ਆਪਣੀ ਦਾਜ ਚ ਲੈ ਕੇ ਆਉਣੀਆਂ ਸੀ। ਨਹੀਂ ਕੋਈ ਨਾ ਲੈ ਆਵਾਂਗੇ, ਹੁਣ ਕਿਹੜਾ ਦੂਰ ਹੋ ਗਿਆ। ਪਰ ਤੇਰਾ ਆਹ ਰੰਗ ਢੰਗ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਜਿਹੜਾ ਤੂੰ ਬਦਲ ਰਹੀ ਐ ਦਿਨੋਂ ਦਿਨ। ਮੈਂ ਤਾਂ ਹੀ ਬਦਲੂੰਗੀ, ਨਹੀਂ ਲੱਗਦਾ ਤਾਂ ਨਾ ਲੱਗੇ, ਠੀਕ ਹੈ ਨਾ? ਜੇ ਇੰਨੀ ਸ਼ੌਂਕ ਹੈ ਆਪਣਾ ਸਮਾਨ ਲੈ ਆਓ, ਜਾਂ ਫਿਰ ਤੁਹਾਡੇ ਡੈਡੀ ਨੂੰ ਫੋਨ ਕਰਕੇ ਕਹਿ ਦਿਓ ਮੰਮੀ ਜੀ ਤੁਹਾਨੂੰ ਪੈਸੇ ਦੇ ਦੇਣਗੇ। ਆਹੋ ਪੈਸੇ ਦੇ ਦਾਂਗੀ। ਨਹੀਂ ਘਰ ਤਾਂ ਮੈਂ ਬੰਨਿਆ ਉਰੇ ਆਪਦੇ ਪੁੱਤਾਂ ਵਾਸਤੇ, ਤੂੰ ਆ ਗਈ ਵੱਡੀ ਮੇਰੇ ਪੇਕੇ ਤੱਕ ਪਹੁੰਚਣ ਵਾਲੀ। ਜਦੋਂ ਤੇਰੇ ਜਵਾਕ ਹੋਏ ਤੈਨੂੰ ਫੇਰ ਪੁੱਛਾਂਗੇ। ਲੈ ਕਮਾਲ ਕਰਦੀ ਐ, ਜਮੀ ਪਾਣੀ ਸਿਰ ਉੱਤੋਂ ਦੀ ਲੰਘ ਗਿਆ, ਪਾਣੀ ਵੀ ਨਹੀਂ ਪੀਣ ਦਿੰਦੀ ਫ੍ਰਿਜ ਚੋਂ। ਕੋਈ ਨਾ ਹੁਣ ਤਾਂ ਐਂ ਦੀ ਚੱਲ ਸਰ ਜੂਗਾ, ਹੁਣ ਤਾਂ ਮੈਨੂੰ ਕੁੱਕੜ ਨਾਲ ਗੱਲ ਕਰਨੀ ਪਊਗੀ। ਐਂ ਨਹੀਂ ਹੁਣ ਮਸਲਾ ਹੱਲ ਹੁੰਦਾ ਹੈਗਾ। ਦੀਦੀ ਨੂੰ ਕੀ ਹੋ ਰਿਹਾ ਹੈ? ਇਹ ਮੰਮੀ ਨਾਲ ਐਂ ਕਿਉਂ ਕਰੀ ਜਾਂਦੇ ਨੇ? ਮੈਂ ਕਦੋਂ ਦੀ ਦੇਖੀ ਜਾਂਦੀ ਹਾਂ ਇਹਨਾਂ ਨੂੰ। ਰਮਨ, ਹਾਂਜੀ ਦੀਦੀ। ਆ ਕੀ ਕਰਦੀ ਆ? ਇਹ ਮੰਮੀ ਕੱਪੜੇ ਫੜਾ ਕੇ ਗਈ ਸੀ, ਕਹਿੰਦੀ ਧੋ ਦੀਵੇਂ। ਮੈਂ ਧੋਤੇ ਸੀਗੇ, ਮੈਂ ਕਿ ਸੁੱਕਣੇ ਪਾ ਦਾਂ। ਮੈਨੂੰ ਫੜਾ। ਆਪਦੇ ਕੱਪੜੇ ਆਪ ਨਹੀਂ ਧੋ ਸਕਦੀ ਹੋ? ਮੈਂ ਤੈਨੂੰ ਕੀ ਤਕਲੀਫ ਆ ਜਿਹਨੇ ਮੇਰੇ ਕੱਪੜੇ ਧੋਤੇ? ਮੰਮੀ ਜੀ ਤੁਸੀਂ ਆਪੇ ਤਾਂ ਕਹਿੰਦੇ ਹੁੰਦੇ ਹੋ ਵੀ ਆਪਦੇ ਕੱਪੜੇ ਬੰਦੇ ਨੂੰ ਆਪਦੇ ਹੱਥਾਂ ਨਾਲ ਧੋਣੇ ਚਾਹੀਦੇ ਨੇ, ਫਿਰ ਰੱਬ ਨੇ ਤੁਹਾਨੂੰ ਵੀ ਤਾਂ ਸੁੱਖ ਨਾਲ 2 ਹੱਥ ਦਿੱਤੇ ਨੇ। ਨਹੀਂ ਹੱਥ ਤਾਂ 2 ਦਿੱਤੇ ਨੇ ਨਾ, ਵਿਆਹ ਕੇ ਕਾਦੇ ਵਾਸਤੇ ਲਿਆਂਦੀ ਹੋ? ਉਰੇ ਬੈਠਣ ਵਾਸਤੇ, ਕੰਮ ਵਾਸਤੇ ਲਿਆਂਦੀ ਹੋ। ਆ ਫੜੋ ਆਪਦੀ ਚੁੰਨੀ, ਬਾਲਾ ਬੋਲਣ ਦੀ ਲੋੜ ਨਹੀਂ। ਚਲ ਆ ਦਿਨ ਦੇਖਣ ਵਾਸਤੇ ਘਰ ਬੰਨਿਆ ਤੀ ਮੈਂ ਵੀ ਮੇਰੇ ਵੀ ਇਹ ਹਾਲਾਤ ਹੋਣਗੇ। ਐਡੀ ਹਰਾਮ ਨਿਕਲੂਗੀ। ਮੈਂ ਤੈਨੂੰ ਚੰਗੀ ਸਮਝਦੀ ਸੀ, ਕਿਸੇ ਚੀਜ਼ ਦੇ ਨਹੀਂ ਹੱਥ ਲਾਉਣ ਦਿੰਦੀ। ਬਹੁਤ ਬੁਰਾ ਹਾਲ ਹੋ ਗਿਆ ਮੇਰਾ ਤਾਂ। ਕੀ ਹੋ ਗਿਆ ਮਾਂ? ਜਵਾਕਾਂ ਨੂੰ ਇੰਨਾ ਦਿੱਤੀ ਨਹੀਂ ਆ? ਤੇ ਤੈਨੂੰ ਤਾਂ ਝੇਡਾਂ ਆਉਂਦੀਆਂ ਨੇ। ਹੋਰ ਜੇ ਮਾਂ ਵਾਲੀ ਥਾਂ ਤੇ ਹੋਵੇ ਤੈਨੂੰ ਫੇਰ ਪਤਾ ਲੱਗੇ। ਕਿਉਂ ਕੀ ਹੋ ਗਿਆ? ਵੀ ਹੋਣਾ ਕੀ ਹੈ, ਆ ਵੱਡੀ ਦੀ ਸੁਣ ਲੈ। ਪਹਿਲਾਂ ਤਾਂ ਪਾਣੀ ਪੀਣ ਲੱਗੀ ਫ੍ਰਿਜ ਚੋਂ, ਉਦੋਂ ਗਲਾਸ ਮਾਰਿਆ ਭਗਾ ਕੇ, ਕਹਿੰਦੀ ਜੇ ਠੰਡਾ ਪਾਣੀ ਪੀਣਾ ਜਾਂ ਤਾਂ ਆਪਦੇ ਪੇਕਿਆਂ ਤੋਂ ਫ੍ਰਿਜ ਮੰਗਾ, ਨਹੀਂ ਆਪਦਾ ਉਰੋਂ ਪੈਸੇ ਲੈ ਕੇ ਲਿਆ। ਫਿਰ ਲੱਗੀ ਮਸ਼ੀਨ 'ਚ ਕੱਪੜੇ ਧੋਣ, ਉੱਥੇ ਜਾ ਕੇ ਅੜ ਕੇ ਖੜ ਗਈ। ਕਹਿੰਦੀ ਮੇਰੀ ਮਸ਼ੀਨ ਹੈ, ਮੇਰੇ ਪੇਕਿਆਂ ਨੇ ਦਿੱਤੀ ਹੈ, ਇਹ 'ਚ ਕਿਉਂ ਕੱਪੜੇ ਧੋਣੀ ਹੈ, ਹੱਥੀਂ ਧੋ ਲੈ। ਆਹ ਕੁਛ ਕਰਕੇ ਮੇਰੇ ਨਾਲ ਤਾਂ ਵੱਡੀ ਨੇ ਆਹੋ ਹੋਇਆ ਅੱਜ ਹੀ ਆ ਕੁਛ, ਪਤਾ ਨਹੀਂ ਆ 1.5 ਘੰਟਾ ਮੇਰੇ ਤਾਂ ਜਾਨ ਸਕਾਰ ਕੀ ਛੋਟੀ ਹੈ। ਛੋਟੀ ਨਾਲ ਕੀ ਕਰਦੀ ਆ? ਨਾ ਉਹਨੂੰ ਤਾਂ ਭੋਰਾ ਨਹੀਂ ਕੁਛ ਕਹਿੰਦੀ, ਪਤਾ ਨਹੀਂ ਕੀ ਹੋ ਗਿਆ, ਮੇਰੇ ਤਾਂ ਬਾਅਦ ਹੀ ਪੈ ਗਈ ਇਹ। ਉਹੀ ਕਰਦੀ ਹੋਣੀ ਆ, ਉਹ ਇਹਨੂੰ ਤੈਨੂੰ ਕਿਹੜਾ ਭੁਲੇਖਾ ਪੈ ਰਿਹਾ ਹੈਗਾ। ਤੇ ਮੈਂ ਪਾਗਲ ਆ ਜੋ ਮੈਂਟੜਾ ਵੀ ਉਹੀ ਕਰਦੀ ਹੈ। ਗੱਲ ਕੋਈ ਨਾ ਕੋਈ ਤਾਂ ਹੈਗੀ ਐ। ਤੇ ਤੇਰੇ ਨਹੀਂ ਪੇਤ ਲੱਗਿਆ ਤਾਂ ਕਹਿੰਦੀ ਸੀ ਬਾਹਲੀ ਚੰਗੀ ਹੈ, ਵੱਡੀ ਬਹੂ ਤਾਂ ਬਾਹਲੀ ਚੰਗੀ ਹੈ। ਤੇ ਚੰਗੀ ਆ, ਹੁਣ ਤੱਕ ਤਾਂ ਚੰਗੀ ਰਹੀ ਹੈ। ਆਹ ਰੂਪ ਤਾਂ ਮੈਂ ਅੱਜ ਤੱਕ ਉਹਦਾ ਦੇਖੀ ਨਹੀਂ ਜਿਹੜਾ ਹੁਣ ਦੇਖ ਰਹੀ ਆ। ਮੇਰੇ ਤਾਂ ਆਪ ਸਮਝ ਨਹੀਂ ਆਉਂਦੇ ਵੀ ਇਹਨੂੰ ਹੋ ਤਾਂ ਗਿਆ ਤਾਂ ਕੀ ਹੋਇਆ। ਤੇ ਤੂੰ ਗੱਲ ਹੋਈ ਹੁਣ, ਤੂੰ ਕੁਝ ਕਿਹਾ ਹੋਣਾ ਫੇਰ ਹੀ। ਮੈਂ ਅੱਗੇ ਰੋਜ਼ ਹੀ ਕਹਿਣੀ ਉਹਨੂੰ ਕੁਛ ਕਹਾਂ ਤਾਂ ਉਹਨੂੰ, ਤਾਂ ਜੇ ਚ ਕੋਈ ਕਮੀ ਪੇਸ਼ੀ ਹੋਵੇ, ਕੋਈ ਕੰਮ ਧੰਦੇ ਤੋਂ ਨਹੀਂ ਕਹਾਉਂਦੀ ਹੈਗੀ, ਕੋਈ ਊਂ ਨਹੀਂ ਪੁੱਠਾ ਸਿੱਧਾ ਬੋਲਦੀ। ਹੁਣ ਤਾਂ ਇਹ ਸਮਝ ਆਉਂਦਾ ਵੀ ਇਹਨੂੰ ਹੋ ਕੀ ਰਿਹਾ। ਕੀ ਕਹਿਦਾ, ਮੈਂ ਤਾਂ ਘਰੇ ਵੀ ਨਹੀਂ ਪੜਦਾ, ਮੈਨੂੰ ਤਾਂ ਗੱਲ ਦਾ ਵੀ ਨਹੀਂ ਪਤਾ ਵੀ ਗੱਲ ਕੀ ਤੇ ਹੈ। ਤੂੰ ਉਹਨੂੰ ਮਾੜਾ ਮੋਟਾ ਸਮਝਾ, ਜੇ ਇਹ ਹਾਲਾਤ ਰਹੇ ਦੇਖ ਭਾਈ ਆਪਣੀ ਤਾਂ ਕੰਧ ਕੱਢ ਦੇ, ਆਪਾਂ ਨੂੰ ਤਾਂ ਪਤਾ ਨਹੀਂ ਹੈਗਾ, ਆਪਣੇ ਤੋਂ ਨਹੀਂ ਛਿੱਤਰ ਖਾਦੇ ਜਾਂਦੇ, ਆਪਦੇ ਚੱਕੋ 2 ਭਾਂਡੇ ਆਪਦਾ ਅੱਡ ਹੋ ਜਾਓ। ਐ ਤਾਂ ਹੁਣ ਕੰਧ ਕਿਵੇਂ ਕੱਢੀ ਜਾਂਦੀਆਂ ਮਾਂ, ਬਾਕੀ ਉਹ ਹੈ ਲੱਗਦੀ ਇਹ ਜਿਵੇਂ ਐ ਬੋਲਦੀ ਉਹ, ਮੈਂ ਤਾਂ ਤੇਰੇ ਤੇ ਯਕੀਨ ਆਉਂਦਾ ਵੀ ਮੇਰੇ ਨਾਲ ਬਣੀ ਹੈ, ਮੈਂ ਤਾਂ ਕਹਿਨੀ ਆ ਜੇ ਤੇਰੇ ਨਾਲ ਬਣੀ ਹੋਵੇ ਤੈਨੂੰ ਪਤਾ ਲੱਗੇ। ਇੱਕ ਸਮਾਨ ਕਹਿ ਦੂਗੀ ਮੇਰਾ, ਫਿਰ ਤਾਂ ਕੱਲ ਨੂੰ ਕੋਈ ਗੈਸ ਸਿਲੰਡਰ ਵੀ ਮੇਰਾ, ਆਪਣੇ ਨਾਲ ਵੇਚ ਕੇ ਆਪਾਂ ਨਵਾਂ ਲਿਆਂਦਾ ਦੀ ਚੁੱਲ੍ਹਾ ਜਾਂ ਕਹੂਗੀ ਮੈਂ ਪੈਸੇ ਪਾ ਕੇ ਲਈਆਂ। ਮਾਂ ਤੂੰ ਅੱਗੇ ਨਹੀਂ ਕਦੇ ਬੋਲੀ, ਹੁਣ ਕਿਵੇਂ ਬੋਲ ਪਊ ਮੈਂ, ਕਿਵੇਂ ਯਕੀਨ ਕਰ ਲਾਂ ਤੇਰੇ ਤੇ? ਤੇ ਹੁਣ ਬੋਲਦੀ ਐ ਤਾਂ ਕਹਿਨੀ ਅੱਗੇ ਕਦੇ ਬੋਲੀ ਨਹੀਂ, ਅੱਗੇ ਮੈਂ ਤੈਨੂੰ ਕਦੇ ਕਿਹਾ? ਹੁਣ ਤੂੰ ਦੇਖ ਵੀ ਇਹਦਾ ਕੀ ਮਸਲਾ, ਆਪਦੀ ਨੂੰ ਸਮਝਾ ਲੈ। ਨਹੀਂ ਬਸ ਆਪਣੇ ਤਾਂ ਭਾਈ ਭਾਂਡੇ ਅੱਡ ਕਰ ਦੇ, ਆਪਣੇ ਤੋਂ ਨਹੀਂ ਜੁੱਲਿਆ ਜਾਂਦਾ ਹੈਗਾ। ਤੈਨੂੰ ਭੋਲਦਾ ਕੀ ਗੱਲ ਹੋ ਰਹੀ ਹੈਗੀ, ਐ ਤਾਂ ਕਰਨ ਵਾਲੀ ਹੈ ਨਹੀਂ। ਹੈ ਤਾਂ ਨਹੀਂ ਸੀ ਪਰ ਕਰ ਰਹੀ ਹੈ ਹੁਣ, ਪਤਾ ਨਹੀਂ ਕਿਹਨੇ ਚੱਕ ਦੇਤੀ।
ਹੋ ਕੀ ਗਿਆ ਤੇ ਦਿਮਾਗ ਨੂੰ ਇੰਨੀ ਸਿਆਣੀ ਦੀ ਲੈ ਮੈਂ ਤਾਂ ਇਹ ਸਮਝਦੀ ਸੀ ਵੀ ਜਿਹੇ ਜੀ ਮੇਰੇ ਮੂੰਹ ਆਈ ਹੈ ਇਹ ਜੀ ਤਾਂ ਕਿਸੇ ਦੀ ਨਹੀਂ ਹੈਗੀ ਰੱਬ ਘਰ ਘਰ ਇਹੀ ਜੀ ਮੂੰਹ ਦੇਵੇ ਪਰ ਆਹ ਰੂਪ ਦੇਖ ਕੇ ਤਾਂ ਵੀ ਡਰ ਲੱਗਦਾ ਹੈ ਕੀ ਪਤਾ ਅੱਗੇ ਕੀ ਕਰੂਗੀ ਮੇਰੇ ਨਾਲ ਇਹ। ਰਮਨ ਕੀ ਕਰਦੀ ਸੀ? ਕੁਛ ਨਹੀਂ ਦੀਦੀ, ਮੈਂ ਫੋਨ ਰੱਖੀ ਜਾਂਦੀ ਸੀਗੀ। ਬੈਠੋ। ਬਸ ਬੈਠੀ। ਤੇ ਮੇਰੀ ਗੱਲ ਸੁਣ, ਤੇਰਾ ਨਾ ਹੁਣੇ ਤਾਂ ਵਿਆਹ ਹੋਇਆ, ਹਲੇ ਹਫਤਾ ਹੋਇਆ। ਅੜੀ ਤੇਰੇ ਨਾ ਸੁਣਨੇ ਜਗਾਨ ਮੈਨੂੰ ਵਧੀਆ ਨਹੀਂ ਲੱਗਦੀ। ਆਲੇ ਵਾਲੀਆਂ ਮੇਰੀ ਬੇਬੇ ਨੇ ਮੈਨੂੰ ਵਿਆਹ ਵਾਲੀ ਕਰਾ ਕੇ ਦਿੱਤੀਆਂ ਸੀ, ਚਾਂਦੀ ਦੀਆਂ ਨੇ, ਪਾ ਲਿਆ ਕਰ। ਕੋਈ ਨਹੀਂ ਦੀਦੀ, ਇਹਨਾਂ ਦੀ ਕੀ ਲੋੜ ਸੀਗੀ? ਕੋਈ ਗੱਲ ਨਹੀਂ, ਤੂੰ ਪਾ ਲਿਆ ਕਰ, ਪਾ ਲੈ ਹੁਣੀ। ਤੁਸੀਂ ਮੇਰਾ ਕਿੰਨਾ ਕਰਦੇ, ਲੈ ਤੁਸੀਂ ਆਪ ਹੀ ਪਾ ਲਓ। ਕਿੰਨੀਆਂ ਸੋਹਣੀਆਂ ਨੇ ਹਨਾ। ਜਿੰਨੀਆਂ ਸੋਹਣੀਆਂ ਨੇ ਨਾ ਉਨੀ ਸੋਹਣੇ ਚਾਵਾਂ ਨਾਲ ਮੇਰੀ ਬੇਬੇ ਨੇ ਮੇਰੇ ਵਾਸਤੇ ਬਣਵਾਈਆਂ ਸੀਗੀਆਂ। ਲੈ ਫੜ, ਬਹੁਤ ਸੋਹਣੀਆਂ ਲੱਗਦੀਆਂ ਤੇਰੇ ਪਾਈਆਂ। ਮੇਰਾ ਤਾਂ ਨਾ ਗਰਮੀ 'ਚ ਸਿਰ ਦੁਖਣ ਲੱਗ ਗਿਆ ਬੋਲ ਬੋਲ ਕੇ। ਆ ਬਹੂ ਜੀ ਨੇ ਵੱਡੀ ਨੇ ਮੇਰਾ ਤਾਂ ਦਿਮਾਗ ਚੱਕਤਾ ਜੀ, ਪਤਾ ਨਹੀਂ ਇਹਨੂੰ ਕੀ ਹੋ ਰਿਹਾ। ਐਂ ਕਰਦੀ ਆ ਘੰਟਾ ਘੜੀ ਆਰਾਮ ਕਰਦੀ ਆ, ਪੱਖਾ ਲਾਉਣੀ ਆ ਪਹਿਲਾਂ ਫੇਰ ਹੀ ਪਿਆ ਜਾਊਗਾ। ਉਹ ਕਿੱਥੇ ਗਰਮੀ 'ਚ ਪਿਆ ਜਾਂਦਾ ਹੈ, ਅੱਗ ਵਰਤ ਰਹੀ ਹੈ ਜਣੀ। ਚੱਲ ਚੰਗਾ, ਕਰ ਲੈ ਆਰਾਮ। ਠੀਕ ਹੈ ਦੀਦੀ। ਕਿੰਨੀ ਚੰਗੀ ਹੈ ਨਾ ਦੀਦੀ। ਪੱਖਾ ਵੀ ਤਾਂ ਕੁਝ ਕਿਲਾ ਲਿਆ ਹੁਣ ਤੁਸੀਂ। ਨਾ ਹੁਣ ਇਹਨੂੰ ਵੀ ਲਾਉਣ ਵਾਸਤੇ ਤੈਨੂੰ ਪੁੱਛਣਾ ਪਊਗਾ। ਆਫ ਕੋਰਸ ਪੁੱਛਣਾ ਪਊਗਾ, ਕਿਉਂਕਿ ਇਹ ਵੀ ਮੇਰੇ ਦਾਜ ਦੇ ਵਿੱਚ ਆਇਆ ਹੋਇਆ। ਜੇ ਪੱਖਿਆਂ ਦੀ ਹਵਾ ਲੈਣ ਦੀ ਇੰਨੀ ਲੋੜ ਹੈ ਨਾ, ਜਾਂ ਤਾਂ ਆਪਦੇ ਦਾਜ ਦੇ ਵਿੱਚ ਪੱਖਾ ਲੈ ਕੇ ਆਉਣਾ ਸੀ, ਜਾਂ ਹੁਣ ਪੈਸੇ ਹੋਣਗੇ ਤੇਰੇ ਪੁੱਤ ਬਥੇਰਾ ਕਮਾਉਂਦੇ ਆ, ਇਹਨਾਂ ਤੋਂ ਮੰਗਵਾ ਲੈ। ਨਹੀਂ ਮੇਰੀ ਸੁਣ ਗੱਲ, ਮੈਂ ਸਵੇਰ ਦੀ ਲੱਗ ਰਹੀ ਹੈ ਤੇਰੇ ਕੋਲ ਦੇਖਣ, ਤੂੰ ਸਿਰੇ ਸਿਰ ਚੜੀ ਜਾ ਰਹੀ ਹੈ। ਕਿਸੇ ਵੀ ਚੀਜ਼ ਤੇ ਮੈਂ ਹੱਥ ਲਾਉਣੀ ਆ, ਪਹਿਲਾਂ ਤਾਂ ਕਹਿੰਦੀ ਫ੍ਰਿਜ ਤੋਂ ਪਾਣੀ ਨਹੀਂ ਪੀਣਾ, ਫਿਰ ਕਹਿੰਦੀ ਮਸ਼ੀਨ 'ਚ ਕੱਪੜੇ ਨਹੀਂ ਧੋਣੇ, ਜੇ ਹੁਣ ਪੱਖਾ ਲਾ ਲਿਆ ਤਾਂ ਕਹਿੰਦੀ ਪੱਖਾ ਨਹੀਂ ਲਾਉਣਾ। ਕੀ ਗੱਲ ਬਈ, ਅਸੀਂ ਕਿੱਧਰ ਜਾਈਏ ਹੋਰ? ਮੈਂ ਪਹਿਲਾਂ ਮਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ, ਮੈਨੂੰ ਪਹਿਲਾਂ ਸਾਰਾ ਕੁਝ ਦੱਸ ਕੇ ਗਈ ਹੈ ਲਾਪਰੀ ਤੇ ਮੇਰੇ ਨਾਲ ਐਂ ਕੀਤਾ, ਹੁਣ ਤਾਂ ਮੈਂ ਅੱਖੀ ਦੇਖ ਲਿਆ। ਨਾ ਪਹਿਲਾਂ ਇਹਨੂੰ ਆਏ ਤਾਂ ਪੁੱਛ ਲੈ ਵੀ ਇਹ ਕਰਦੀ ਕਿਉਂ ਹੈ ਇਹ? ਉਹ ਇਸ ਕਰਕੇ ਕਰਦੀ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵਰਤਦੇ ਹੋ ਨਾ, ਇਹ ਮੇਰੇ ਦਾਜ ਦੇ ਵਿੱਚ ਆਈਆਂ ਹੋਈਆਂ ਨੇ। ਨਾ ਦਾਜ ਵਿੱਚ ਤਾਂ ਆਈਆਂ ਨੇ, ਜੇ ਤੈਨੂੰ ਦਾਜ 'ਚ ਚੀਜ਼ਾਂ ਦੇਤੀਆਂ, ਚਾਹੇ ਤਾਂ ਆਪਾਂ ਚੀਜ਼ ਕੋਈ ਘਰੋਂ ਲੈ ਲਈਏ, ਚਾਹੇ ਤੈਨੂੰ ਦਾਜ 'ਚ ਆ ਗਈ, ਨਹੀਂ ਪਰ ਸਾਰਿਆਂ ਦੇ ਵਰਤਣ ਵਾਸਤੇ ਹੁੰਦੀ ਹੈ, ਇਕੱਲੇ ਵਾਸਤੇ ਥੋੜੀ ਹੁੰਦੀ ਹੈ। ਜਦੋਂ ਆਪਣੀ ਸਾਰੀ ਫੈਮਿਲੀ ਇਕੱਠੀ ਹੈ ਫਿਰ ਕੋਈ ਵੀ ਵਰਤ ਸਕਦਾ ਹੈ। ਕੀ ਗੱਲ ਕਹੀ ਤੁਸੀਂ? ਨਾ ਤੈਨੂੰ ਉੱਚਾ ਸੁਣਨ ਲੱਗ ਗਿਆ ਹੁਣ? ਨਹੀਂ ਦੁਬਾਰਾ ਦੱਸੋ। ਨਹੀਂ ਐਂ ਕਹਿੰਦੀ ਆ ਮੈਂ, ਜੇ ਤੈਨੂੰ ਦਾਜ 'ਚ ਚੀਜ਼ ਮਿਲੀ ਆ ਕੋਈ, ਪੱਖਾ ਕੂਲਰ ਜੋ ਵੀ ਲਾ ਲੈ, ਘਰੇ ਵੀ ਆਪਾਂ ਕੋਈ ਚੀਜ਼ ਲਿਆਉਂਦੇ ਆ, ਫਿਰ ਉਹ ਸਾਰੀ ਫੈਮਿਲੀ ਵਰਤਦੀ ਹੁੰਦੀ ਹੈ। ਇੱਕ ਜੀ ਥੋੜੀ ਵਰਤੂਗਾ ਵੀ ਜਿਹੜਾ ਲਿਆ ਉਸੇ ਨਹੀਂ ਵਰਤਣਾ ਹੈ। ਅੱਛਾ, ਹੁਣ ਸਮਝ ਆ ਗਈ ਤੁਹਾਨੂੰ ਇਹ ਗੱਲ ਦੀ? ਨਾ ਸਮਝ ਨਹੀਂ, ਤੂੰ ਮੈਨੂੰ ਬੜੀ ਸਮਝਦੀ ਹੈ। ਜੇ ਤੁਸੀਂ ਮੈਨੂੰ ਦੁਪਹਿਰ ਦੇ ਨੋਟ ਕਰ ਰਹੇ ਹੋ, ਮੈਂ ਵੀ ਤੁਹਾਨੂੰ ਸਵੇਰ ਦੀ ਨੋਟ ਕਰਨੀ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਰਮਨ ਦੇ ਗਹਿਣੇ ਉਤਰਵਾਏ, ਜਿਹੜੇ ਗਹਿਣੇ ਤੁਸੀਂ ਨੇ ਸਹੁਰਿਆਂ ਵੱਲੋਂ ਇਹਨੂੰ ਪਾਏ ਸੀਗੇ, ਹਾਰ ਤੇ ਕਾਂਟੇ ਉਤਰਵਾ ਕੇ ਤੁਸੀਂ ਅੰਦਰ ਲੈ ਗਏ, ਕਹਿੰਦੇ ਮੈਂ ਸਾਂਭ ਕੇ ਆਉਣੇ ਆ। ਕਿਉਂ? ਕਿਉਂਕਿ ਉਹਦੇ ਮਾਪੇ ਵਿਚਾਰੀ ਉਹਨੂੰ ਗਹਿਣੇ ਨਹੀਂ ਪਾ ਸਕੇ। ਤੇ ਫਿਰ ਤੁਸੀਂ ਕੀ ਕੀਤਾ? ਉਹ ਵਾਸ਼ਿੰਗ ਮਸ਼ੀਨ 'ਚ ਕੱਪੜੇ ਧੋਣ ਗਈ, ਉਹਨੂੰ ਕਹਿੰਦੇ ਇਹ ਮਸ਼ੀਨ ਤਾਂ ਦਾਜ ਦੇ ਵਿੱਚ ਵੱਡੀ ਲੈ ਕੇ ਆਈ ਹੈ, ਜੇ ਮਸ਼ੀਨ ਚਾਹੀਦੀ ਹੈ ਤਾਂ ਆਪਦੇ ਬਾਪ ਤੋਂ ਮੰਗਵਾ। ਫਿਰ ਉਹ ਫ੍ਰਿਜ 'ਚ ਪਾਣੀ ਪੀਣ ਗਈ, ਫਿਰ ਤੁਸੀਂ ਕਿਹਾ ਇਹ ਫ੍ਰਿਜ ਤਾਂ ਜੀ ਵੱਡੀ ਲੈ ਕੇ ਆਈ ਹੈ ਦਾਜ 'ਚ, ਜੇ ਤੈਨੂੰ ਠੰਡੇ ਪਾਣੀ ਪੀਣ ਦਾ ਸ਼ੌਂਕ ਹੈ ਤਾਂ ਆਪਦਾ ਫ੍ਰਿਜ ਲੈ ਕੇ ਆ। ਫਿਰ ਉਹ ਪੱਖਾ ਲਾ ਕੇ ਪੈਣ ਦੀ ਸੋਚੀ ਉਹਨੇ, ਤਾਂ ਕਿਹਾ ਇਹ ਤਾਂ ਜੀ ਪੱਖਾ ਵੱਡੀ ਦਾਜ ਦੇ ਵਿੱਚ ਲੈ ਕੇ ਆਈ ਆ, ਜੇ ਪੱਖੇ ਦੀ ਹਵਾ ਲੈਣ ਦਾ ਇੰਨਾ ਸ਼ੌਂਕ ਹੈ ਤਾਂ ਆਪਣਾ ਪੱਖਾ ਲੈ ਕੇ ਆਓ। ਨਾ ਉਦੋਂ ਸਾਂਝ ਕਿੱਧਰ ਗਈ ਸੀ? ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਵੀ ਜਦੋਂ ਘਰੇ ਕੋਈ ਵਸਤੂ ਆ ਜਾਂਦੀ ਹੈ ਤਾਂ ਸਾਰੇ ਪਰਿਵਾਰ ਦਾ ਹੱਕ ਹੁੰਦਾ ਉਹਨੂੰ ਵਰਤਣ ਦਾ, ਉਹ ਸਾਰਿਆਂ ਦੀ ਸਾਂਝੀ ਹੁੰਦੀ ਆ। ਇੰਨੀ ਮਾੜੀ ਮਾਂ ਸੋਚ ਤੇਰੀ। ਇੱਕ ਗੱਲ ਹੋਰ ਮਾਂ, ਜਿਹੇ ਜੇ ਮੇਰੇ ਬਾਪ ਦੀ ਗੁੰਜਾਇਸ਼ ਸੀ, ਜ਼ਰੂਰੀ ਥੋੜੀ ਹੁੰਦਾ ਹੈ ਵੀ ਸਾਰੀਆਂ ਧੀਆਂ ਦੇ ਬਾਪ ਇੰਨੇ ਅਮੀਰ ਹੁੰਦੇ ਨੇ। ਇਹਨਾਂ ਤਾਂ ਵਿਚਾਰੀ ਦੇ ਬਾਪ ਨੇ ਵਿਆਹ ਮਸਾ ਕੀਤਾ, ਇਹਨੂੰ ਕੱਲੀਆਂ ਝਾਂਜਰਾਂ ਮਸਾ ਸਰੀਆਂ ਨੇ। ਉਦੋਂ ਤਾਂ ਤੁਸੀਂ ਮੂੰਹ ਚੱਕ ਕੇ ਕਹਿਤਾ ਅੱਗੇ ਸਾਨੂੰ ਤਾਂ ਜੀ ਕੁੜੀ ਚਾਹੀਦੀ ਹੈ ਗਊ ਵਰਗੀ, ਸਾਡਾ ਮੁੰਡਾ ਤਾਂ ਫੌਜ 'ਚ ਲੱਗਿਆ ਹੋਇਆ ਹੈ, ਸਾਨੂੰ ਨਹੀਂ ਕੋਈ ਦਾਜ ਦਾ ਸਮਾਨ ਚਾਹੀਦਾ। ਤੇ ਜਦੋਂ ਉਹ ਦਾਜ ਲੈ ਕੇ ਨਹੀਂ ਆਈ, ਫਿਰ ਤੁਸੀਂ ਉਹਨੂੰ ਮੇੜੇ ਮਾਰ ਲਾਗੇ ਵੱਡੇ ਵੱਡੇ। ਨਾਲੇ ਆਪੇ ਗੱਲ ਕਹੀ ਸੀ ਵੀ ਦਾਜ ਲੈਣਾ ਨਹੀਂਗਾ, ਤੂੰ ਤਾਂ ਦੋਨਾਂ ਨੂੰ ਇੱਕੋ ਜਿਹਾ ਸਮਝ, ਤੂੰ ਕੋਈ ਵਰਕਰਾ ਕਰਦੇ ਤੈਨੂੰ ਲੱਗਾ। ਸਿੱਧੀ ਜੀ ਗੱਲ ਆ, ਜੇ ਸਮਾਨ ਉਹ ਨਹੀਂ ਮੇਰੇ ਵਰਤ ਸਕਦੀ ਤਾਂ ਵਰਤ ਮੇਰਾ ਤੂੰ ਵੀ ਨਹੀਂ ਸਕਦੀ ਸਮਾਨ। ਬੜਾ ਮੈਂ ਤੇਰਾ ਆਦਰ ਸਤਿਕਾਰ ਕਰਕੇ ਦੇਖ ਲਿਆ, ਬੜਾ ਤੈਨੂੰ ਮਾਂ ਮਾਂ ਕਹਿ ਕੇ ਦੇਖ ਲਿਆ ਮੈਂ, ਪਰ ਤੂੰ ਨਹੀਂ ਆਵਾਜ਼ ਆਉਂਦੀ। ਉਹ ਮੇਰੀਆਂ ਛੋਟੀਆਂ ਭੈਣਾਂ ਵਰਗੀ ਆ, ਲੱਗੀ ਸਮਝ? ਇਹ ਤੂੰ ਕੀ ਕਹਿਤਾ? ਮੈਂ ਤਾਂ ਸੋਚਿਆ ਵੀ ਨਹੀਂ ਸੀ ਵੀ ਮੈਂ ਏਡੀ ਵੱਡੀ ਗਲਤੀ ਕਰਤੀ। ਤੂੰ ਮੇਰੀਆਂ ਅੱਖਾਂ ਖੋਲਤੀਆਂ। ਮੈਂ ਤਾਂ ਬਹੁਤ ਫਰਕ ਸਮਝਦੀ ਸੀ
ਤੇਰੇ 'ਚ ਤੇ ਛੋਟੀ 'ਚ ਮੈਂ ਤਾਂ ਸੋਚਿਆ ਵੀ ਸੀ ਮੇਰੇ ਬਾਪ ਨੇ ਵੀ ਮੈਨੂੰ ਕੀ ਦਿੱਤਾ ਸੀ, 2 ਜੋੜੀ ਕੱਪੜੇ ਦੇ ਕੇ ਮੈਨੂੰ ਵਿਆਹਿਆ ਸੀ, ਪਰ ਮੇਰੇ ਮਨ 'ਚ ਇੰਨਾ ਲਾਲਚ ਆ ਗਿਆ, ਮੈਨੂੰ ਆਪਣੇ ਆਪ ਨੂੰ ਵੀ ਨਹੀਂ ਪਤਾ ਲੱਗਿਆ ਵੀ ਮੈਂ ਕੀ ਗੁਨਾਹ ਕਰੀ ਜਾਂਦੀ ਆ। ਧੀ ਮੈਨੂੰ ਮਾਫ ਕਰ ਦੇ, ਮੈਂ ਤੈਨੂੰ ਨੂੰ ਨਹੀਂ ਆਪਣੀ ਧੀ ਬਣਾ ਕੇ ਰੱਖੂੰਗੀ, ਲਾਵੇ ਤੇ ਤੂੰ ਵੀ, ਇਹ ਤਾਂ ਗਲਤੀ ਹੋ ਗਈ ਪੁੱਤ। ਮੰਮੀ ਨਾ ਤਾਂ ਮੈਂ ਤੁਹਾਡੇ ਨਾਲ ਪਹਿਲਾਂ ਗੁੱਸੇ ਸੀ, ਨਾ ਮੈਂ ਹੁਣ ਗੁੱਸੇ ਆ। ਇਹ ਸਭ ਤਾਂ ਮੈਂ ਬਸ ਤੁਹਾਨੂੰ ਅਹਿਸਾਸ ਦਿਵਾਉਣ ਵਾਸਤੇ ਕੀਤਾ ਵੀ ਤੁਹਾਨੂੰ ਵੀ ਤਾਂ ਪਤਾ ਲੱਗੇ ਜਿਹੜੇ ਮਾਂ-ਬਾਪ ਨੇ ਆਪਦੀ ਧੀ ਇਹ ਦੇਤੀ ਪਿੱਛੇ ਰਹਿ ਕੀ ਗਿਆ। ਸੱਚੀ ਗੱਲ ਹੈ ਪੁੱਤ ਤੇਰੀ, ਜਿਹੜੇ ਮਾਂ-ਬਾਪ ਨੇ ਆਪਣੀ ਧੀ ਦੇਤੀ ਪਿੱਛੇ ਰਹਿ ਵੀ ਕੀ ਗਿਆ। ਨਾਲੇ ਜਿੰਨੀ ਕੁ ਮਾਂ-ਬਾਪ 'ਚ ਪਹੁੰਚ ਹੁੰਦੀ ਹੈ ਨਾ, ਆਪਣੀ ਧੀ ਨੂੰ ਹਰੇਕ ਕੋਈ ਉਹਨਾਂ ਕੁ ਸਮਾਨ ਦੇ ਹੀ ਦਿੰਦਾ ਹੈ। 1 ਮਿੰਟ ਤੁਸੀਂ ਖੜੋ ਰੇ, ਮੈਂ ਹੁਣੇ ਆਈ। ਪਤਾ ਨਹੀਂ ਯਾਰ। ਲੈ ਪੁੱਤ, ਤੇਰੇ ਜਿਹੜੇ ਮੈਂ ਗਹਿਣੇ ਲਹਾਏ ਤੇ ਨਾ, ਇਹਨਾਂ ਨੂੰ ਪਾ ਕੇ ਛਣ ਕਰਦੀ ਫਿਰ। ਤੇਰੇ ਨੇ ਮੈਂ ਕੀ ਕਰਨਾ, ਇਹਨਾਂ ਨੂੰ ਲਾ ਦੇ, ਨਾਲੇ ਭੈੜੇ ਲੱਗਦੇ ਨੇ। ਲੈ ਚਾਂਦੀ ਮੰਮੀ ਦੇ ਨਾ ਉਹ ਵੀ ਤਾਂ ਚਾਂਦੀ ਦੇ ਮੈਂ ਦਿੱਤੇ ਨੇ। ਨਹੀਂ ਸਿਆਉਣੇ ਦੇ ਨੇ, ਸਿਆਉਣੇ ਦੇ। ਹੁਣ ਮੇਰੀ ਨੂੰ ਚਾਂਦੀ ਦੇ ਗਹਿਣੇ ਪਾਉਣਗੀ ਆ। ਲੈ ਭਾਈ ਹੁਣ ਤੇਰੀ ਸੱਸ ਵਾਲੇ ਪਾ ਲੈ। ਲਾ ਇਹਨਾਂ ਨੂੰ। ਠੀਕ ਆ? ਗੋਲ ਗੱਪਾ ਜਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ। ਸੋ ਜਿਹੜੀ ਵੀਡੀਓ ਤੁਸੀਂ ਹੁਣੇ ਵੇਖ ਕੇ ਹਟੇ ਹੋ ਬਿਨਾਂ ਦਾਜ ਵਾਲੀ ਨੂੰ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਏਗੀ। ਵੀਡੀਓ ਦੇ ਵਿੱਚ ਆਪਾਂ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਤਾਂ ਦਾਜ ਤੇ ਬਹੁਤ ਲੋਕਾਂ ਨੇ ਵੀਡੀਓਜ਼ ਬਣਾਈਆਂ ਹੋਣਗੀਆਂ, ਪਰ ਇੱਕ ਵੱਖਰਾ ਜਿਹਾ ਕਨਸੈਪਟ ਸੀਗਾ ਇਹਦੇ ਵਿੱਚ ਆਪਾਂ ਸਿਰਫ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ ਕਈ ਸੱਸਾਂ ਤੇ ਘਰ ਵਾਲੇ ਇਸ ਚੀਜ਼ ਦਾ ਵਿਰੋਧ ਕਰਦੇ ਵੀ ਹਾਂਜੀ ਕੁੜੀ ਦਾਜ ਨਹੀਂ ਲੈ ਕੇ ਬਿਨਾਂ ਦਾਜ ਤੋਂ ਆਈ ਹੈ, ਪਹਿਲਾਂ ਦਾਜ ਮੰਗਦੇ ਨਹੀਂ ਤੇ ਬਾਅਦ ਦੇ ਵਿੱਚ ਜਦੋਂ ਉਹ ਦਾਜ ਵਿਚਾਰੀ ਲੈ ਕੇ ਨਹੀਂ ਆਉਂਦੀ ਫਿਰ ਬਾਅਦ ਦੇ ਵਿੱਚ ਮਿਹਣੇ ਸ਼ੁਰੂ ਕਰ ਦਿੰਦੇ ਆ। ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੇ ਮਾਂ-ਬਾਪ ਨੇ ਆਪਣੀ ਧੀ ਦੇਤੀ ਹੈ ਨਾ, ਸਭ ਤੋਂ ਵੱਡਾ ਧੰਨ ਤਾਂ ਇੱਕ ਮਾਂ-ਬਾਪ ਦਾ ਉਹਦੀ ਧੀ ਹੁੰਦੀ ਹੈ, ਉਹਦੀ ਔਲਾਦ ਹੁੰਦੀ ਹੈ। ਜਦੋਂ ਆਪਦੇ ਘਰ ਦਾ ਜੀ ਦੇ ਤਾਂ ਫਿਰ ਪਿੱਛੇ ਰਹਿ ਵੀ ਕੀ ਗਿਆ। ਇਹ ਤਾਂ ਚਲੋ ਵੱਖਰੀ ਗੱਲ ਹੈ ਕਿ ਆਪਣੀ ਰੀਤ ਬਣੀ ਹੋਈ ਹੈ ਜੀ ਦਾਜ ਲੈ ਕੇ ਕੁੜੀ ਨੂੰ ਵਿਆਹਣਾ, ਨਹੀਂ ਤਾਂ ਫਿਰ ਕਹਿੰਦੇ ਨਹੀਂ ਸਾਨੂੰ ਤਾਂ ਰਿਸ਼ਤਾ ਮਨਜ਼ੂਰ ਨਹੀਂ ਹੈਗਾ। ਚਲੋ ਜਿਹੜੇ ਨਹੀਂ ਲੈਂਦੇ ਦਾਜ ਉਹਨਾਂ ਵਾਸਤੇ ਵੀ ਬਹੁਤ ਵਧੀਆ ਗੱਲ ਹੈ, ਜਿਹੜੇ ਲੈਂਦੇ ਨੇ ਤਾਂ ਕੋਸ਼ਿਸ਼ ਕਰੋ ਵੀ ਇਹ ਸਿਸਟਮ ਨੂੰ ਆਪਾਂ ਦੂਰ ਹਟਾ ਦਈਏ, ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਰਹੀਏ। ਤੇ ਇਹੀ ਵੀਡੀਓ ਦੇ ਵਿੱਚ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਹਰ ਵਾਰ ਦੀ ਤਰ੍ਹਾਂ ਜਿਹਦਾ ਬੈਸਟ ਕਮੈਂਟ ਹੋਏਗਾ, ਮੈਂ ਹੁਣ ਵੀ ਨਾਮ ਅਨਾਉਂਸ ਕਰ ਰਹੀ ਜਸਵੰਤ ਰਾਏ, ਉਹਨਾਂ ਦਾ ਮੈਂ ਹਰ ਵਾਰ ਹਾਈਲਾਈਟ ਕਰਦੀ ਆ ਕਮੈਂਟ। ਉਹ ਕਿਉਂ ਕਰਦੀ ਕਿਉਂਕਿ ਉਹ ਪੂਰਾ ਜੀ ਲਾ ਕੇ ਕਮੈਂਟ ਕਰਦੇ ਆ, ਉੱਥੋਂ ਪਤਾ ਲੱਗਦਾ ਵੀ ਇਹਨਾਂ ਨੇ ਸਕਿਪ ਕਰਕੇ ਵੀਡੀਓ ਨਹੀਂ ਦੇਖੀ, ਪੂਰੀ ਵੀਡੀਓ ਵੇਖੀ ਆ। ਇਸ ਕਰਕੇ ਜਿਹੜਾ ਬੈਸਟ ਕਮੈਂਟ ਕਰੂਗਾ ਉਹਦੇ ਕਮੈਂਟ ਨੂੰ ਹਾਈਲਾਈਟ ਕੀਤਾ ਜਾਊਗਾ। ਤੇ ਬਾਕੀ ਪ੍ਰੀਤ ਦੀਦੀ ਦਾ ਵੀ ਚੈਨਲ ਹੈਗਾ, ਇਹਨਾਂ ਨੇ ਆਪਣਾ ਚੈਨਲ ਬਣਾਇਆ ਪ੍ਰੀਤ ਕੌਰ ਦਿੜਬਾ, ਹੈ ਜੀ? ਹਾਂਜੀ ਹਾਂਜੀ। ਤੇ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹ ਵੀ ਬਹੁਤ ਛੇਤੀ ਤੁਹਾਡੇ ਰੂਬਰੂ ਵੀਡੀਓਜ਼ ਲੈ ਕੇ ਹਾਜ਼ਰ ਹੋਣਗੇ। ਤੇ ਬਾਕੀ ਜੇ ਕੋਈ ਗੱਲ ਨਾ ਵਧੀਆ ਲੱਗੀ ਹੋਵੇ ਤਾਂ ਉਹਦੇ ਲਈ ਮਾਫੀ। ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਥੈਂਕ ਯੂ ਸੋ ਮਚ।